ਸਤਨਾਮ ਵਾਹਿਗੁਰੂ ਜੀ। ਇਕ ਓੰਕਾਰ ਸਤਿ ਗੁਰ ਪ੍ਰਸਾਦ। ਰਾਗ ਸੂਹੀ ਛੰਤ ਮਹਿਲਾ ਪਹਿਲਾ। ਘਰ ਪਹਿਲਾ। ਭਰ ਜੋਬਨ ਮੈਂ ਮਤ ਪੀੜੈ ਕਰ ਪਾਹੁਣੀ। ਬਲਰਾਮ ਜੀਓ ਮੈਲੀ ਅਵਗਣ ਚਿੱਤ ਬਿਨ ਗੁਰ ਗੁਣ ਨਾ ਸਮਾਵਨੀ। ਬਲਰਾਮ ਜੀਓ ਗੁਣ ਸਾਰ ਨ ਜਾਣੀ ਪਰਮ ਭੁਲਾਣੀ। ਜੋਬਨ ਬਾਦ ਗਵਾਇਆ ਵਾਰ ਘਰ ਦਰ ਦਰਸ਼ਨ ਨਹੀਂ ਜਾਤਾ। ਪੀਰ ਕਾ ਸਹਿਜ ਨ ਭਾਇਆ ਸਤਿਗੁਰ ਪੂਛ ਨ ਮਾਰਗ ਚਾਲੀ। ਸੁਤੀ ਰਹਿਣ ਵਿਹਾਣੀ ਨਾਨਕ ਬਾਲ ਤਨ ਰਾਂਡੇ ਪਾ। ਬਿਨ ਪਿਰ ਤਨ ਕੋਮਲਾਣੀ ਨਾਨਕ ਬਾਲ ਤਨ ਰਾਂਡੇ ਪਾ। ਬਿਨ ਪਿਰ ਤਨ ਕੋਮਲਾਣੀ। ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਬਾਰਕ ਬਾਣੀ ਦੇ ਵਿੱਚੋਂ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਉਚਾਰਨ ਕੀਤੇ ਗਏ ਛੰਤ ਜੋ ਰਾਗ ਸੂਹੀ ਦੇ ਅੰਦਰ 763 ਅੰਗ ਤੇ ਸੁਭਾਏਮਾਨ ਹਨ ਦੇ ਪਹਿਲੇ ਬੰਦ ਦਾ ਪਾਠ ਆਪ ਜੀ ਨੇ ਸ਼ਰਵਣ ਕੀਤਾ ਹੈ। ਆਮ ਕਰਕੇ ਛੰਤਾਂ ਦੇ ਵਿੱਚ ਸਤਿਗੁਰੂ ਜੀ ਨੇ ਔਰਤ ਦਾ ਅਲੰਕਾਰ ਵਰਤ ਕੇ ਔਰਤ ਦੇ ਨਾਲ ਜੁੜੇ ਹੋਏ ਰਿਸ਼ਤਿਆਂ ਅਤੇ ਸੰਭਾਵਿਤ ਘਟਨਾਵਾਂ ਦਾ ਜ਼ਿਕਰ ਕਰਕੇ ਗੁਰਮਤਿ ਦਾ ਉਪਦੇਸ਼ ਦਿੱਤਾ ਹੈ। ਅੱਜ ਦੇ ਛੰਤ ਦੇ ਵਿੱਚ ਕੁੱਲ 4 ਬੰਦ ਹਨ। ਅਸੀਂ ਅੱਜ ਪਹਿਲੇ ਬੰਦ ਦੀ ਵਿਚਾਰ ਕਰਾਂਗੇ। ਇਸ ਬੰਦ ਦੇ ਅੰਦਰ ਅਤੇ ਮੁਕੰਮਲ ਛੰਦ ਦੇ ਅੰਦਰ ਸਤਿਗੁਰੂ ਜੀ ਨੇ ਔਰਤ ਨੂੰ ਅਲੰਕਾਰ ਰੂਪ ਵਿੱਚ ਵਰਤ ਕੇ ਇੱਕ ਗੁਰਮਤਿ ਸੁਨੇਹਾ ਸਾਡੇ ਤੱਕ ਪਹੁੰਚਾਇਆ ਹੈ। ਉਹ ਸੁਨੇਹਾ ਕੀ ਹੈ? ਵਿਚਾਰ ਦੁਆਰਾ ਆਰੰਭ ਕਰਦੇ ਹਾਂ। ਇੱਕ ਵਾਰ ਪਿਆਰ ਸਹਿਤ ਕਹਿਣਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਦੀ ਆਰੰਭਤਾ ਸੰਖੇਪ ਮੰਗਲਾਚਰਨ ਤੋਂ ਕੀਤੀ ਗਈ ਹੈ। ਇੱਕ ਓੰਕਾਰ ਪਰਮੇਸ਼ਰ ਇੱਕ ਹੈ, ਇੱਕ ਰਸ ਵਿਆਪਕ ਹੈ। ਸਤ ਉਸ ਦੀ ਹੋਂਦ ਸੱਚ ਹੈ। ਗੁਰ ਪ੍ਰਸਾਦ ਪਰਮੇਸ਼ਰ ਗੁਰੂ ਦੀ ਕਿਰਪਾ ਦੇ ਦੁਆਰਾ ਹੀ ਮਹਿਸੂਸ ਹੁੰਦਾ ਹੈ। ਰਾਗ ਸੂਹੀ, ਰਾਗ ਸੂਹੀ ਹੈ। ਛੰਤ, ਛੰਤ ਦਾ ਭਾਵ ਹੈ ਕਵਿਤਾ ਨੂੰ ਲਿਖਣ ਦਾ ਇੱਕ ਢੰਗ। ਬਾਣੀ ਵਿੱਚ ਅਨੇਕ ਹੀ ਕਾਵਕ ਰੂਪ ਹਨ।
ਸਭ ਤੋਂ ਪ੍ਰਮੁੱਖ ਰੂਪ ਹਨ ਪਦੇ। ਪਦਿਆਂ ਨੂੰ ਸਤਿਗੁਰੂ ਜੀ ਨੇ ਕੁਝ ਹਿੱਸਿਆਂ ਦੇ ਵਿੱਚ ਵੰਡਿਆ ਹੈ, ਜਿਵੇਂ ਇੱਕ ਪਦਾ, ਦੋ ਪਦਾ, ਤੀ ਪਦਾ, ਚੌ ਪਦਾ, ਪੰਚ ਪਦਾ ਤੇ ਅਸ਼ਟਪਦੀ। ਇਹ ਪਦਿਆਂ ਦੇ ਰੂਪ ਹਨ। ਬਹੁਤੀ ਬਾਣੀ ਚੌ ਪਦਿਆਂ ਦੇ ਵਿੱਚ ਲਿਖੀ ਗਈ ਹੈ, ਭਾਵ ਜਿਸ ਦੇ ਅੰਦਰ 4 ਪਦ ਵਾਲਾ ਢੰਗ ਵਰਤਿਆ ਗਿਆ ਹੈ। ਜਿੱਥੇ ਇਸ ਢੰਗ ਨੂੰ ਬਦਲਿਆ ਜਾਂਦਾ ਹੈ, ਤੁਸੀਂ ਵੇਖੋ ਉੱਥੇ ਸਿਰਲੇਖ ਵਿੱਚ ਆਮ ਕਰਕੇ ਲਿਖਿਆ ਆਏਗਾ ਇੱਕ ਪਦਾ, ਜਾਂ ਦੋ ਪਦਾ ਆ ਜਾਏਗਾ, ਜਾਂ 30 ਪਦਾ ਆ ਜਾਏਗਾ। ਕਈ ਥਾਵਾਂ ਤੇ ਕੁਝ ਸ਼ਬਦ ਪੰਜ ਪਦੇ ਵਾਲੇ ਵੀ ਹਨ, ਤੇ ਜੋ ਅਸ਼ਟਪਦੀ ਵਾਲੇ ਹਨ ਉਹਨਾਂ ਨੂੰ ਸਤਿਗੁਰ ਨੇ ਅਲੱਗ ਰੱਖਿਆ ਹੈ। ਸੋ ਇਹ ਕਵਿਤਾ ਨੂੰ ਲਿਖਣ ਦਾ ਢੰਗ ਹੈ। ਇਵੇਂ ਹੀ ਇਸ ਤੋਂ ਅੱਗੇ ਸ਼ੰਤ ਆਉਂਦੇ ਨੇ, ਇਹ ਵੀ ਕਵਿਤਾ ਨੂੰ ਲਿਖਣ ਦਾ ਇੱਕ ਢੰਗ ਹੈ। ਇਸ ਤੋਂ ਅੱਗੇ ਪੌੜੀਆਂ ਆਉਂਦੀਆਂ ਹਨ, ਉਹ ਵੀ ਕਵਿਤਾ ਨੂੰ ਲਿਖਣ ਦਾ ਇੱਕ ਢੰਗ ਹੈ। ਸ਼ਲੋਕ ਆਉਂਦੇ ਹਨ, ਇਹ ਵੀ ਕਵਿਤਾ ਨੂੰ ਲਿਖਣ ਦਾ ਇੱਕ ਢੰਗ ਹੈ। ਇਹ 4 ਪ੍ਰਮੁੱਖ ਢੰਗ ਬਾਣੀ 'ਚ ਵਰਤੇ ਗਏ ਨੇ। ਹਰ ਇੱਕ ਰਾਗ ਵਿੱਚ ਲਗਭਗ ਇਹ 4 ਚੀਜ਼ਾਂ ਤੁਹਾਨੂੰ ਮਿਲਣਗੀਆਂ: ਪਦੇ, ਅਸ਼ਟਪਦੀਆਂ, ਸ਼ੰਤ, ਸ਼ਲੋਕ ਤੇ ਪੌੜੀਆਂ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਅਖੀਰ 'ਚ ਜਾਂਦੇ ਹਾਂ ਤੇ ਉੱਥੇ ਫਿਰ ਇੱਕ ਨਵਾਂ ਢੰਗ, ਜਿਹਨੂੰ ਸਵਈਆ ਆਖਿਆ ਜਾਂਦਾ ਹੈ, ਉਹ ਭੱਟ ਸਾਹਿਬਾਨ ਵੱਲੋਂ ਅਤੇ ਗੁਰੂ ਸਾਹਿਬਾਨ ਵੱਲੋਂ ਵਰਤਿਆ ਗਿਆ ਹੈ। ਇਹ ਪ੍ਰਮੁੱਖ ਢੰਗ ਹਨ ਕਵਿਤਾ ਦੇ, ਜੋ ਬਾਣੀ ਵਿੱਚ ਸਤਿਗੁਰ ਨੇ ਵਰਤੇ ਹਨ। ਇਸ ਤੋਂ ਅਲੱਗਾ ਵੀ ਗੁਰੂ ਨੇ ਹੋਰ ਵੀ ਅਨੇਕ ਢੰਗ ਵਰਤੇ ਹਨ, ਜਿਨ੍ਹਾਂ ਦਾ ਜ਼ਿਕਰ ਪਵਿੱਤਰ ਬਾਣੀ ਦੇ ਵਿੱਚ ਹੈ। ਅਸੀਂ ਬਾਣੀ ਨੂੰ ਪੜ੍ਹਦੇ ਹਾਂ, ਬਾਣੀ ਨੂੰ ਸੁਣਦੇ ਹਾਂ, ਬਾਣੀ ਨੂੰ ਵਿਚਾਰਦੇ ਹਾਂ। ਸੋ ਬਾਣੀ ਕਿਸ ਰੂਪ 'ਚ ਲਿਖੀ ਗਈ ਹੈ, ਇਸ ਦਾ ਪਤਾ ਸਾਨੂੰ ਹੋਣਾ ਜ਼ਰੂਰੀ ਹੈ। ਸੋ ਸ਼ੰਤ ਤੋਂ ਭਾਵ ਹੈ ਕਵਿਤਾ ਦਾ ਇੱਕ ਰੂਪ, ਲਿਖਣ ਢੰਗ। ਮਹਿਲਾ ਪਹਿਲਾ, ਪਹਿਲੇ ਸਰੀਰ ਦੇ ਅੰਦਰ ਇਹ ਬਚਨ ਉਚਾਰਿਆ ਗਿਆ ਹੈ। ਜੋਤ ਇੱਕ ਹੀ ਹੈ, ਸਰੀਰ ਪਹਿਲਾ ਹੈ। ਘਰ ਪਹਿਲਾ, ਜਿਸ ਦਾ ਸੰਬੰਧ ਰਾਗ ਦੇ ਤਾਲ ਦੇ ਨਾਲ ਹੈ। ਗੁਰੂ ਸਾਹਿਬ ਇਸ ਸ਼ਬਦ ਨੂੰ ਆਰੰਭ ਕਰਦੇ ਹਨ ਇੱਕ ਉਸ ਔਰਤ ਦੇ ਰੂਪ ਵਿੱਚ, ਜਿਹੜੀ ਅਜੇ ਆਪਣੇ ਪੇਕੇ ਘਰ ਦੇ ਵਿੱਚ ਹੈ ਤੇ ਜਵਾਨੀ ਦੇ ਵਿੱਚ ਆਪਣਾ ਜੀਵਨ ਮਾਣ ਰਹੀ ਹੈ। ਉਹਦਾ ਅਲੰਕਾਰ ਵਰਤ ਕੇ ਹਰ ਇੱਕ ਮਨੁੱਖ ਨੂੰ ਸਮਝਾਉਂਦੇ ਹਨ। ਜੋ ਸਤਿਗੁਰ ਨੇ ਉਹਦੇ ਵਿੱਚ ਅਵਗੁਣ ਵੇਖੇ, ਉਹਨਾਂ ਅਵਗੁਣਾਂ ਨੂੰ ਆਮ ਬੰਦੇ ਦੀ ਜ਼ਿੰਦਗੀ ਨਾਲ ਜੋੜ ਕੇ ਸੁਨੇਹਾ ਦਿੱਤਾ ਹੈ। ਜਿਵੇਂ ਬਾਣੀ ਵਿੱਚ ਤੁਸੀਂ ਇੱਕ ਉਦਾਹਰਨ ਬੜੀ ਵਾਰ ਸੁਣੀ ਹੋਣੀ ਹੈ ਕਿ ਸਤਿਗੁਰੂ ਜੀ ਜ਼ਿਕਰ ਕਰਦੇ ਹਨ ਇੱਕ ਸੁੱਕੇ ਹੋਏ ਤਲਾਬ ਦਾ ਤੇ ਇੱਕ ਭਰੇ ਹੋਏ ਤਲਾਬ ਦਾ। ਸਤਿਗੁਰੂ ਜੀ ਉਹਦਾ ਜ਼ਿਕਰ ਕਰਕੇ ਉਸ ਦੇ ਗੁਣ ਅਤੇ ਅਵਗੁਣਾਂ ਨੂੰ ਬੰਦੇ ਦੀ ਜ਼ਿੰਦਗੀ ਨਾਲ ਜੋੜਦੇ ਨੇ। ਮਸਲਾ ਤਲਾਬ ਦਾ ਸੁੱਕਣ ਦਾ ਜਾਂ ਮਸਲਾ ਤਲਾਬ ਦੇ ਭਰੇ ਹੋਣ ਦਾ ਨਹੀਂ ਹੈ, ਬਸ ਉਹ ਇੱਕ ਅਲੰਕਾਰ ਹੈ। ਉਹਦੇ ਰਾਹੀਂ ਗੁਰੂ ਦੇਵ ਆਪਣੀ ਗੱਲ ਸਾਡੇ ਤੱਕ ਪਹੁੰਚਾਉਂਦੇ ਹਨ। ਪੱਬਰ ਤੂੰ ਹਰਿਆਵਲਾ, ਕਵਲਾ ਕੰਚਨ ਵਨ, ਇਹ ਉਹਦਾ ਗੁਣ ਸੀਗਾ। ਅੱਗੇ ਉਹਦੇ ਅਵਗੁਣ ਦਾ ਜ਼ਿਕਰ ਕਰਦੇ ਹਨ। ਕਹਿ ਦੋਖੜੇ ਸੜਿਓਏ, ਕਾਲੀ ਹੋਈਆ ਦੇਹੋਰੀ, ਨਾਨਕ ਮੈਂ ਤਨ ਭੰਗ, ਜਾਣਾ ਪਾਣੀ ਨਾਲ ਹਾਂ, ਜੈ ਸੇਤੀ ਮੇਰਾ ਸੰਗ। ਇਵੇਂ ਹੀ ਸਤਿਗੁਰੂ ਜੀ ਨੇ ਇੱਥੇ ਇੱਕ ਔਰਤ ਨੂੰ ਮਾਧਿਅਮ ਬਣਾਇਆ ਅਲੰਕਾਰ ਦੇ ਰੂਪ ਵਿੱਚ, ਤੇ ਉਹਦਾ ਜ਼ਿਕਰ ਕੀਤਾ। ਗੁਰਦੇਵ ਕਹਿੰਦੇ ਹਨ ਭਰ ਜੋਬਨ ਮੈਂ ਮਤ, ਪੀੜੈ ਕਰ ਪਾਹੁਣੀ, ਬਲਰਾਮ ਜੀਓ। ਇਹ ਜਿਹੜਾ ਅਖੀਰਲਾ ਲਫ਼ਜ਼ ਮੈਂ ਪੜ੍ਹਿਆ ਬਲਰਾਮ ਜੀਓ, ਇਹ ਆਮ ਕਰਕੇ ਸ਼ੰਤਾਂ ਦੇ ਵਿੱਚ ਤੁਹਾਨੂੰ ਜ਼ਰੂਰ ਮਿਲੇਗਾ ਹੀ ਮਿਲੇਗਾ। ਕੋਈ ਵੀ ਸ਼ੰਤ ਪੜ੍ਹੋ, 80% ਸ਼ੰਤਾਂ ਦੇ ਅਖੀਰ ਤੇ ਤੁਹਾਨੂੰ ਇਹ ਲਫ਼ਜ਼ ਮਿਲੇਗਾ ਬਲਰਾਮ ਜੀਓ। ਜਿਵੇਂ ਅਸੀਂ ਲਾਵਾਂ ਦਾ ਪਾਠ ਕਰਦੇ ਹਾਂ, ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦਰੜਾਇਆ, ਬਲਰਾਮ ਜੀਓ। ਇਹ 3 ਸ਼ਬਦ ਨੇ। ਬਲ ਦਾ ਅਰਥ ਤਾਕਤ ਵੀ ਹੁੰਦਾ ਹੈ, ਬਲ ਦਾ ਅਰਥ ਬਲਿਹਾਰ ਜਾਣਾ ਵੀ ਹੁੰਦਾ ਹੈ। ਅਸਾਂ ਨੇ ਦੇਖਣਾ ਕਿ ਸਤਿਗੁਰ ਨੇ ਕਿੱਥੇ ਬਲ ਦਾ ਅਰਥ ਤਾਕਤ ਕੀਤਾ ਅਤੇ ਕਿੱਥੇ ਬਲ ਦਾ ਅਰਥ ਬਲਿਹਾਰ ਜਾਣਾ ਕੀਤਾ। ਲਫ਼ਜ਼ ਇੱਕੋ ਹੈ, ਉਚਾਰਨ ਇੱਕੋ ਹੈ, ਪਰ ਕਨਸੈਪਟ ਉਸ ਦੇ ਅਰਥਾਂ ਨੂੰ ਬਦਲ ਦਿੰਦਾ ਹੈ। ਜਿਵੇਂ ਅਸੀਂ ਬਚਨ ਪੜ੍ਹਦੇ ਹਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ,
ਬਲ ਛੁਟਕਿਓ ਬੰਧਨ ਪਰੇ। ਬਲ ਛੁਟਕਿਓ ਬੰਧਨ ਪਰੇ। ਉਥੇ ਵੀ ਲਫ਼ਜ਼ ਬਲ ਹੈ, ਪਰ ਉਥੇ ਬਲ ਦਾ ਅਰਥ ਬਲਿਹਾਰ ਜਾਣਾ ਨਹੀਂ ਕਰ ਸਕਦੇ। ਉਥੇ ਬਲ ਦਾ ਅਰਥ ਹੈ ਤਾਕਤ ਖਤਮ ਹੋ ਗਈ ਹੈ, ਇਸੇ ਕਰਕੇ ਬੰਧਨਾਂ 'ਚ ਪੈ ਗਿਆ ਹਾਂ। ਇੱਥੇ ਗੁਰਦੇਵ ਨੇ ਬਲ ਰਾਮ ਜੀਓ, ਰਾਮ ਦਾ ਅਰਥ ਹੈ ਰਮਿਆ ਹੋਇਆ ਪਰਮੇਸ਼ਰ, ਤੇ ਜੀਓ ਦਾ ਅਰਥ ਹੈ ਜਿਹਨੂੰ ਅਸੀਂ ਬੜੇ ਪਿਆਰ ਦੇ ਨਾਲ ਤੇ ਬੜੇ ਸਤਿਕਾਰ ਦੇ ਨਾਲ ਬੁਲਾਉਂਦੇ ਹਾਂ। ਜਿਵੇਂ ਅਸੀਂ ਕਿਸੇ ਨੂੰ ਉਹਦਾ ਨਾਮ ਲੈ ਕੇ ਬੁਲਾਈਏ ਤੇ ਉਹਦੇ ਮਗਰ ਜੀ ਸ਼ਬਦ ਲਾਉਂਦੇ ਹਾਂ, ਇਵੇਂ ਸਤਿਗੁਰੂ ਜੀ ਨੇ ਰਾਮ ਦੇ ਮਗਰ ਜੀਓ ਸ਼ਬਦ ਲਾਇਆ। ਕਹਿੰਦੇ ਹੇ ਰਮੇ ਹੋਏ ਪਰਮੇਸ਼ਰ, ਮੈਂ ਤੇਰੇ ਤੋਂ ਬਲਿਹਾਰ ਜਾਣਾ ਵਾਂ। ਬਲ ਰਾਮ ਜੀਓ, ਇਹ ਵਾਰ-ਵਾਰ ਆਏਗਾ, ਅਰਥ ਇਹਦਾ ਇੱਕੋ ਹੀ ਰਹੇਗਾ। ਹੇ ਵਾਹਿਗੁਰੂ, ਮੈਂ ਤੇਰੇ ਤੋਂ ਬਲਿਹਾਰ ਜਾਣਾ ਵਾਂ, ਤੇ ਇਸ ਕਰਕੇ ਬਲਿਹਾਰ ਜਾਣਾ ਕਿ ਮੈਂ ਤੇਰੀ ਕੁਦਰਤ ਵਿੱਚ ਵੇਖ ਰਿਹਾ ਕਿ ਹੋ ਕੀ ਰਿਹਾ। ਕੀ ਹੋ ਰਿਹਾ ਹੈ? ਕਹਿੰਦੇ ਤੇਰੀ ਕੁਦਰਤ ਵਿੱਚ ਹਰ ਇੱਕ ਬੰਦੇ ਦਾ ਜੀਵਨ ਉਸ ਤਰ੍ਹਾਂ ਹੈ ਜਿਵੇਂ ਇੱਕ ਪੇਕੇ ਘਰ ਵਿੱਚ ਜਵਾਨ ਔਰਤ ਹੋਵੇ, ਉਹਦੇ ਵਰਗਾ। ਮੈਨੂੰ ਤੇ ਇਉਂ ਮਹਿਸੂਸ ਹੁੰਦਾ ਹੈ ਕਿ ਆਮ ਬੰਦਿਆਂ ਦੇ ਜੀਵਨ ਵਿੱਚ ਤੇ ਇੱਕ ਪੇਕੇ ਘਰ ਵਿੱਚ ਅਣਵਿਆਹੁਤਾ ਜਿਹੜੀ ਔਰਤ ਹੈ, ਉਹਨਾਂ ਦੇ ਜੀਵਨ ਵਿੱਚ ਕੋਈ ਫਰਕ ਨਹੀਂ। ਜਿਹੜੇ ਅਵਗੁਣ ਇੱਕ ਅਣਵਿਆਹੁਤਾ ਜੀਵਨ ਵਾਲੀ ਔਰਤ ਦੇ ਵਿੱਚ ਹੈ, ਉਹ ਅਵਗੁਣ ਮੈਨੂੰ ਆਮ ਬੰਦੇ ਦੇ ਜੀਵਨ ਵਿੱਚ ਨਜ਼ਰ ਪੈ ਰਹੇ ਨੇ। ਉਹ ਕੀ ਨੇ? ਭਰ ਜੋਬਨ। ਭਰ ਜੋਬਨ ਦਾ ਮਤਲਬ ਹੈ ਜਵਾਨੀ ਭਰੀ ਪਈ ਹੈ। ਮੈਂ ਮਤ, ਮੈਂ ਦਾ ਅਰਥ ਮੈਂ ਵੀ ਹੁੰਦਾ ਹੈ, ਮੈਂ ਦਾ ਅਰਥ ਵਰਗਾ ਵੀ ਹੁੰਦਾ ਹੈ, ਅਤੇ ਮੈਂ ਦਾ ਅਰਥ ਸ਼ਰਾਬ ਵੀ ਹੁੰਦਾ ਹੈ। ਇਹ ਤਿੰਨ ਅਰਥਾਂ ਦੇ ਵਿੱਚ ਸਤਿਗੁਰੂ ਨੇ ਇਸ ਸ਼ਬਦ ਨੂੰ ਵਰਤਿਆ ਹੈ। ਦੇਖੋ ਲਫ਼ਜ਼ ਇੱਕ ਹੀ ਲਿਖਿਆ ਮਿਲੇਗਾ, ਮੰਮੇ ਨੂੰ ਦੁਲਾਵਾਂ, ਪਰ ਇਹਦੇ ਅਰਥ ਤਿੰਨ ਬਣ ਜਾਣਗੇ। ਕਈ ਥਾਵਾਂ ਤੇ ਮੈਂ ਦਾ ਅਰਥ ਮੈਂ ਵੀ ਬਣ ਜਾਂਦਾ ਹੈ, ਕਈ ਥਾਵਾਂ ਤੇ ਮੈਂ ਦਾ ਅਰਥ, ਜਿਵੇਂ ਤੁਸੀਂ ਸੋਹਿਲਾ ਸਾਹਿਬ ਦੀ ਬਾਣੀ ਪੜ੍ਹਦੇ ਹੋ, ਉੱਥੇ ਧਿਆਨ ਨਾਲ ਪੜ੍ਹਨਾ। ਗਗਨ ਮੈਂ, ਅਸੀਂ ਬਹੁਤੀ ਵਾਰੀ ਉਹਨੂੰ ਮੈਂ ਪੜ੍ਹਦੇ ਹਾਂ, ਪਰ ਉਹ ਮੈਂ ਨਹੀਂ ਹੈ, ਉਹ ਹੈ ਗਗਨ ਮੈਂ, ਬਿੰਦੀ ਤੋਂ ਬਿਨਾ। ਉਹਦਾ ਅਰਥ ਹੈ ਗਗਨ ਵਰਗਾ ਥਾਲ, ਗਗਨ ਮੈਂ ਥਾਲ। ਇਵੇਂ ਹੀ ਮੈਂ ਦਾ ਅਰਥ ਮੈਂ ਵੀ ਹੈ, ਤੇ ਮੈਂ ਦਾ ਅਰਥ ਸ਼ਰਾਬ ਵੀ ਹੈ। ਇੱਥੇ ਮਤ ਸ਼ਬਦ ਆ ਗਿਆ। ਮਤ ਦਾ ਅਰਥ ਹੈ ਮਸਤ। ਮਤ ਦਾ ਅਰਥ ਮਤ ਵੀ ਹੈ, ਪਰ ਮਤ ਦਾ ਅਰਥ ਮਸਤ ਵੀ ਹੈ। ਕਹਿੰਦੇ ਜੀਵ ਇਸਤਰੀ ਭਰ ਜਵਾਨੀ ਦੇ ਵਿੱਚ ਇਉਂ ਮਸਤ ਹੈ ਕਿ ਜਿਵੇਂ ਕੋਈ ਬੰਦਾ ਸ਼ਰਾਬ ਦੇ ਨਸ਼ੇ ਦੇ ਵਿੱਚ ਮਸਤ ਹੈ, ਉਹਨੂੰ ਹੋਰ ਕਿਸੇ ਦੀ ਪਰਵਾਹ ਹੀ ਨਹੀਂ ਹੈ। ਭਰ ਜੋਬਨ ਮੈਂ ਮਤ, ਇੱਕ ਉਹਦਾ ਅਵਗੁਣ ਦੱਸਿਆ। ਫਿਰ ਬੇਨਤੀ ਨੂੰ ਸਮਝਿਓ, ਸਤਿਗੁਰੂ ਜੀ ਆਮ ਬੰਦੇ ਦੇ ਜੀਵਨ ਦੇ ਅਵਗੁਣਾਂ ਨੂੰ ਇੱਕ ਅਨਵਿਆਹੁਤਾ ਇਸਤਰੀ ਦੇ ਜੀਵਨ ਨਾਲ ਜੋੜ ਕੇ ਦੱਸ ਰਹੇ ਨੇ ਕਿ ਜਿਵੇਂ ਅਨਵਿਆਹੁਤਾ ਜੀਵ ਔਰਤ ਇਸਤਰੀ ਜਵਾਨੀ ਦੇ ਨਸ਼ੇ ਵਿੱਚ ਮਸਤ ਹੈ, ਉਹਨੂੰ ਹੋਰ ਕਿਸੇ ਦੀ ਪਰਵਾਹ ਨਹੀਂ। ਕਹਿੰਦੇ ਆਮ ਬੰਦਾ ਵੀ ਆਪਣੇ ਆਪ ਵਿੱਚ ਮਸਤ ਹੈ, ਉਹਨੂੰ ਕਿਸੇ ਦੀ ਪਰਵਾਹ ਨਹੀਂ ਹੈ। ਕਹਿੰਦੇ ਉਹਦੇ ਹਾਲਾਤ ਉਸ ਸ਼ਰਾਬੀ ਵਰਗੇ ਨੇ ਜਿਹੜਾ ਸ਼ਰਾਬ ਦੇ ਨਸ਼ੇ 'ਚ ਮਸਤ ਹੈ, ਉਹਨੂੰ ਹੋਰ ਕਿਸੇ ਦੀ ਪਰਵਾਹ ਨਹੀਂ ਹੈ। ਭਰ ਜੋਬਨ ਮੈਂ ਮਤ, ਪੀੜੈ ਕਰ ਪਾਹੁਣੀ। ਪਰ ਉਹਨੂੰ ਕਮਲੀ ਨੂੰ ਇਹ ਨਹੀਂ ਪਤਾ ਕਿ ਜਿਸ ਘਰ 'ਚ ਤੂੰ ਰਹਿ ਰਹੀ ਆਂ, ਇਸ ਘਰ 'ਚ ਤੂੰ ਪਰਾਹੁਣੀ ਆਂ, ਤੈਨੂੰ ਜ਼ਿਆਦੇ ਦਿਨ ਇਸ ਘਰ ਦੇ ਵਿੱਚ ਵਸੇਬਾ ਨਹੀਂ ਮਿਲ ਸਕਦਾ। ਕਹਿੰਦੇ ਹੁਣ ਇਹ ਦੋ ਅਵਗੁਣ ਜਿਹੜੇ ਨੇ ਸਤਿਗੁਰ ਨੇ ਆਮ ਬੰਦੇ ਦੀ ਜ਼ਿੰਦਗੀ ਨਾਲ ਜੋੜੇ ਨੇ। ਇੱਕ ਤੇ ਕਿ ਬੰਦਾ ਆਪਣੇ ਆਪ ਵਿੱਚ ਇੰਨਾ ਕੁ ਮਸਤ ਹੈ ਕਿ ਉਹਨੂੰ ਕਿਸੇ ਦੂਜੇ ਦੀ ਪਰਵਾਹ ਹੀ ਨਹੀਂ ਹੈ। ਦੂਜਾ, ਉਹ ਜਿੱਥੇ ਰਹਿ ਰਿਹਾ ਹੈ ਇਹ ਸੋਚ ਰਿਹਾ ਹੈ ਕਿ ਮੈਂ ਇੱਥੇ ਰਹਿਣਾ ਹੀ ਰਹਿਣਾ, ਇਹਨੂੰ ਛੱਡ ਕੇ ਨਹੀਂ ਜਾਣਾ। ਇਹ ਦੋ ਅਵਗੁਣ ਨੇ ਸਤਿਗੁਰੂ ਜੀ ਕਹਿੰਦੇ ਬੰਦੇ ਦੇ। ਇਹ ਉਸ ਤਰ੍ਹਾਂ ਦੇ ਅਵਗੁਣ ਨੇ ਜਿਵੇਂ ਇੱਕ ਪੇਕੇ ਘਰ ਵਿੱਚ ਰਹਿ ਰਹੀ ਔਰਤ ਹੈ। ਇੱਥੇ ਮੈਂ ਇੱਕ ਗੱਲ ਦਾ ਜ਼ਰੂਰ ਜ਼ਿਕਰ ਕਰਾਂਗਾ। ਵੇਖੋ ਪੇਕੇ ਘਰ ਵਿੱਚ ਲੜਕਾ ਵੀ ਰਹਿੰਦਾ ਹੈ, ਪਰ ਸਤਿਗੁਰੂ ਨੇ ਕਦੀ ਉਹਦਾ ਜ਼ਿਕਰ ਨਹੀਂ ਕੀਤਾ ਬਾਣੀ 'ਚ। ਉਹਦੀ ਉਦਾਹਰਨ ਬਾਣੀ 'ਚ ਕਿਤੇ ਨਹੀਂ। ਭੈਣ ਭਰਾ ਇਕੱਠੇ ਹੀ ਰਹਿੰਦੇ ਨੇ, ਪਰ ਜ਼ਿਆਦਾ ਜ਼ਿਕਰ ਬਾਣੀ ਦੇ ਵਿੱਚ ਤੁਸੀਂ ਵੇਖੋ ਉਸ ਭੈਣ ਦਾ ਹੈ, ਔਰਤ ਦਾ ਹੈ। ਕਿਉਂ? ਕਿਉਂਕਿ ਉਹਦੀਆਂ ਬਹੁਤ ਸਾਰੀਆਂ ਗੱਲਾਂ ਆਮ ਬੰਦੇ ਦੇ ਜੀਵਨ ਨਾਲ ਜੁੜਦੀਆਂ ਨੇ, ਜਿਹੜੀਆਂ ਸਤਿਗੁਰੂ ਨੇ ਆਮ ਬੰਦੇ ਵਿੱਚ ਵੇਖੀਆਂ ਨੇ। ਆਹ ਦੋ ਅਵਗੁਣ ਹਰ ਇੱਕ ਬੰਦੇ 'ਚ ਨੇ। ਉਹਨੂੰ ਕਿਸੇ ਦੀ ਪਰਵਾਹ ਨਹੀਂ ਹੈ।
ਦੂਜਾ, ਹਰ ਇੱਕ ਬੰਦਾ ਇਹ ਸੋਚੀ ਬੈਠਾ ਕਿ ਇੱਥੇ ਸਾਡਾ ਪੱਕਾ ਟਿਕਾਣਾ, ਅਸੀਂ ਜਾਣਾ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਦੋ ਅਵਗਣ ਮੈਨੂੰ ਆਮ ਬੰਦੇ 'ਚ ਨਜ਼ਰ ਆ ਰਹੇ ਨੇ। ਭਰ ਜੋਬਨ ਮੈਂ ਮਤ ਪੀੜੈ ਕਰ ਪਾਹੁਣੀ, ਬਲਰਾਮ ਜੀਓ ਮੈਲੀ ਅਵਗਣ ਚਿੱਤ। ਤੀਜਾ ਅਵਗਣ ਚਿੱਤ ਕਹਿੰਦੇ ਨੇ ਦਿਲ ਨੂੰ। ਕਹਿੰਦੇ ਦਿਲ ਤੋਂ ਉਹ ਜੀਵ ਅਸਤਰੀ ਮੈਲੀ ਹੈ, ਅਵਗਣਾਂ ਦੇ ਨਾਲ ਭਰੀ ਪਈ ਹੈ, ਉਹਦੇ 'ਚ ਮੈਨੂੰ ਕੋਈ ਵੀ ਗੁਣ ਨਜ਼ਰ ਨਹੀਂ ਆਉਂਦਾ। ਬਿਨ ਗੁਰ ਗੁਣ ਨਾ ਸਮਾਵਣੀ, ਤੇ ਗੁਰੂ ਤੋਂ ਬਿਨਾ ਉਸ ਜੀਵ ਇਸਤਰੀ ਦੇ ਅੰਦਰ ਕੋਈ ਗੁਣ ਪੈਦਾ ਨਹੀਂ ਕਰ ਸਕਦਾ। ਸਾਡੀ ਪੰਜਾਬੀ ਦੇ ਵਿੱਚ ਇੱਕ ਅਖਾਣ ਹੈ, ਅਖਾਣਾਂ ਵਿੱਚ ਬਹੁਤ ਸੱਚ ਛਿਪਿਆ ਹੋਇਆ। ਉਹ ਅਖਾਣ ਹੈ, ਕਹਿੰਦੇ ਨੇ ਕਮਲਾ ਨਾ ਮਰੇ, ਕਮਲੇ ਦੀ ਮਾਂ ਮਰੇ। ਇਹ ਅਖਾਣ ਬੜੀ ਪ੍ਰਚਲਿਤ ਹੈ। ਉਵੇਂ ਹੀ ਸਤਿਗੁਰੂ ਜੀ ਇੱਥੇ ਜ਼ਿਕਰ ਕਰਦੇ ਨੇ, ਕਹਿੰਦੇ ਜਿਵੇਂ ਮਾਂ ਆਪ ਠੀਕ ਨਹੀਂ, ਉਹ ਆਪਣੀ ਧੀ ਨੂੰ ਚੰਗੀ ਮੱਤ ਨਹੀਂ ਦੇ ਸਕਦੀ। ਇਹ ਇੱਕ ਆਮ ਹੈ, ਹਰ ਸਿਚੁਏਸ਼ਨ 'ਚ ਨਹੀਂ ਇਹ ਹੋ ਸਕਦਾ, ਪਰ ਇੱਕ ਅਖਾਣ ਬਣੀ ਹੋਈ ਹੈ। ਉਵੇਂ ਸਤਿਗੁਰੂ ਜੀ ਕਹਿੰਦੇ ਜਿਸ ਬੰਦੇ ਦੇ ਕੋਲ ਗੁਰੂ ਨਹੀਂ, ਉਹਦੇ ਕੋਲ ਚੰਗੀ ਮੱਤ ਵੀ ਨਹੀਂ ਆ। ਉਹਦਾ ਜ਼ਿਕਰ ਇੱਥੇ ਕੀਤਾ ਹੈ। ਮੈਲੀ ਅਵਗਣ ਚਿੱਤ, ਚਿੱਤ ਤੋਂ ਮੈਲੀ ਹੈ, ਅਵਗਣਾਂ ਨਾਲ ਭਰੀ ਪਈ ਹੈ। ਬਿਨ ਗੁਰ ਗੁਣ ਨਾ ਸਮਾਵਣੀ, ਤੇ ਗੁਰੂ ਤੋਂ ਬਿਨਾਂ ਉਹ ਗੁਣਾਂ ਦੇ ਵਿੱਚ ਸਮਾ ਨਹੀਂ ਸਕਦੀ। ਭਾਵ ਉਹਦੇ ਅੰਦਰੋਂ ਗੁਣ ਪ੍ਰਗਟ ਗੁਰੂ ਤੋਂ ਬਿਨਾਂ ਹੋ ਨਹੀਂ ਸਕਦੇ। ਗੁਣ ਸਾਰ ਨਾ ਜਾਣੀ, ਉਹਨੂੰ ਗੁਣਾਂ ਦੀ ਕੋਈ ਸਾਰ ਨਹੀਂ ਹੈ, ਕੋਈ ਸਮਝ ਨਹੀਂ ਹੈ। ਸਾਰ ਦਾ ਅਰਥ ਹੁੰਦਾ ਸਮਝ। ਗੁਣ ਉਹਦੇ ਅੰਦਰ ਹਨ। ਇੱਕ ਬੇਨਤੀ ਮੈਂ ਕਰਾਂਗਾ ਜ਼ਰੂਰ। ਸਤਿਗੁਰ ਨੇ ਪਵਿੱਤਰ ਬਾਣੀ ਵਿੱਚ ਇੱਕ ਗੱਲ ਬੜੀ ਸਪਸ਼ਟ ਕਹੀ ਹੈ ਕਿ ਵਾਹਿਗੁਰੂ ਨੇ ਜੋ ਵੀ ਜੀ ਇੱਥੇ ਪੈਦਾ ਕੀਤਾ ਹੈ ਨਾ, ਹਰ ਇੱਕ ਜੀ ਨੂੰ ਉਸ ਨੇ ਗੁਣਾਂ ਦਾ ਭੰਡਾਰ ਦਿੱਤਾ ਹੈ। ਬਾਣੀ 'ਚ ਪੜ੍ਹੋ, ਇੱਕ ਬਾਬਾ ਕਬੀਰ ਸਾਹਿਬ ਜੀ ਦਾ ਸ਼ਬਦ ਆਉਂਦਾ ਹੈ। ਹਾਲਾਂਕਿ ਉੱਥੇ ਉਹਨਾਂ ਨੇ ਉਸ ਸ਼ਬਦ ਦੇ ਵਿੱਚ ਅਲੰਕਾਰ ਉਦਾਹਰਣ ਬੂੰਦ ਦੀ ਵਰਤੀ ਹੈ, ਪਰ ਉਹ ਉਦਾਹਰਣ ਬੜੀ ਬਾ ਕਮਾਲ ਹੈ। ਉਹ ਕਹਿੰਦੇ ਨੇ ਕਬੀਰ ਨਿਰਮਲ ਬੂੰਦ ਆਕਾਸ਼ ਕੀ, ਕਹਿੰਦੇ ਆਕਾਸ਼ ਵਿੱਚੋਂ ਡਿੱਗੀ ਹੋਈ ਨਿਰਮਲ ਬੂੰਦ, ਭਾਵ ਵਾਹਿਗੁਰੂ ਦੇ ਘਰੋਂ ਆਇਆ ਹੋਇਆ ਇਨਸਾਨ ਮਨੁੱਖ ਨਿਰਮਲ ਬੂੰਦ ਵਰਗਾ ਹੈ। ਉਹਦੇ 'ਚ ਕਿਸੇ ਤਰ੍ਹਾਂ ਦੀ ਕੋਈ ਮੈਲ ਨਹੀਂ ਹੈ, ਅਵਗੁਣ ਨਹੀਂ ਹੈ, ਉਹ ਗੁਣਾਂ ਨਾਲ ਭਰਪੂਰ ਹੈ। ਪਰ ਕਹਿੰਦੇ ਜਿਵੇਂ ਦੀ ਉਹਨੂੰ ਸੰਗਤ ਮਿਲਦੀ ਹੈ ਉਵੇਂ ਦਾ ਹੀ ਹੁੰਦਾ ਜਾਂਦਾ। ਜਿਵੇਂ ਬੂੰਦ ਨੂੰ ਜਿਵੇਂ ਦੀ ਸੰਗਤ ਮਿਲੀ ਉਹ ਉਵੇਂ ਦਾ ਹੀ ਹੁੰਦਾ ਜਾਂਦਾ। ਕਹਿੰਦੇ ਕਬੀਰ ਨਿਰਮਲ ਬੂੰਦ ਆਕਾਸ਼ ਕੀ, ਪਰ ਗਈ ਭੂਮ ਵਿਕਾਰ। ਕਹਿੰਦੇ ਵਿਕਾਰ ਭਾਵ ਮਾੜੀ ਧਰਤੀ ਵਿੱਚ ਮਿਲ ਗਈ ਤੇ ਕੀ ਹੋਇਆ? ਬਿਨ ਸੰਗਤਿਓ ਮਾਨੀਏ ਹੋਏ ਗਈ ਪੱਠ ਛਾਰ। ਪੱਠ ਕਹਿੰਦੇ ਨੇ ਭੱਠੇ ਦੀ ਸਵਾਹ, ਭੱਠੀ ਦੀ ਸਵਾਹ। ਆਮ ਕਰਕੇ ਪਹਿਲਾਂ ਸਾਡੇ ਘਰਾਂ ਵਿੱਚ ਦਾਣੇ ਭੁੰਨਣ ਵਾਸਤੇ ਭੱਠੀਆਂ ਲੱਗਦੀਆਂ ਸਨ ਤੇ ਉਹ ਭੱਠੀਆਂ ਦੇ ਆਲੇ ਦੁਆਲੇ ਦੀ ਜਿਹੜੀ ਮਿੱਟੀ ਸੀ ਉਹ ਬਿਲਕੁਲ ਸੜ ਜਾਇਆ ਕਰਦੀ ਸੀ, ਕਿਸੇ ਕੰਮ ਨਹੀਂ ਸੀ ਆਉਂਦੀ, ਉਹਦੇ ਚੋਂ ਕੁਝ ਪੈਦਾ ਨਹੀਂ ਸੀ ਹੁੰਦਾ। ਉਹ ਸਵਾਹ ਵਰਗੀ ਹੋ ਜਾਂਦੀ ਸੀ, ਵੇਖਣ ਨੂੰ ਲੱਗਦੀ ਸੀ ਮਿੱਟੀ ਹੈ, ਪਰ ਉਹਦੇ ਚੋਂ ਜਿਹਨੂੰ ਆਪਾਂ ਕਹਿੰਦੇ ਆ ਸੜੀ ਹੋਈ ਧਰਤੀ, ਕਹਿੰਦੇ ਉਸ ਬੰਦੇ ਦਾ ਹਾਲ ਉਹਦੇ ਵਰਗਾ, ਉਸ ਮਿੱਟੀ ਵਰਗਾ ਹੋ ਗਿਆ ਜਿਹੜੀ ਕਿਸੇ ਕੰਮ ਨਾ। ਹੁਣ ਦੂਜਾ ਬਚਨ ਉਹਨਾਂ ਨੇ ਫੇਰ ਨਾਲ ਦੀ ਨਾਲ ਹੀ ਕਿਹਾ, ਕਹਿੰਦੇ ਕਬੀਰ ਨਿਰਮਲ ਬੂੰਦ ਆਕਾਸ਼ ਕੀ ਲੀਨੀ ਭੂਮ ਮਿਲਾਏ। ਇੱਕ ਉਹ ਹੈ ਜਿਹੜੀ ਉੱਪਰੋਂ ਆਕਾਸ਼ ਚੋਂ ਨਿਰਮਲ ਆਈ ਹੈ ਤੇ ਉਹਨੂੰ ਥੱਲੇ ਵੀ ਜਗ੍ਹਾ ਚੰਗੀ ਮਿਲ ਗਈ। ਉੱਪਰੋਂ ਤੇ ਚੰਗੀ ਆਈ ਪਰ ਥੱਲੇ ਜਗ੍ਹਾ ਚੰਗੀ ਨਹੀਂ ਮਿਲੀ ਤੇ ਭੱਠੇ ਦੀ ਸਵਾਹ ਵਰਗੀ ਹੋ ਗਈ। ਉੱਪਰੋਂ ਆਈ ਤੇ ਥੱਲੇ ਵੀ ਚੰਗੀ ਜਗ੍ਹਾ ਮਿਲ ਗਈ, ਕੀ ਹੋਇਆ? ਕਹਿੰਦੇ ਅਨਕ ਸਿਆਣੇ ਪਚ ਗਏ। ਐਸੀ ਬੂੰਦ ਨੂੰ ਅਨੇਕਾਂ ਸਿਆਣੇ ਬੰਦੇ ਜਿਹੜੇ ਚੰਗੇ ਚੰਗੇ ਸਨ ਕਿ ਆਪਾਂ ਇਹਨੂੰ ਕੁਰਾਏ ਪਾ ਦਾਂਗੇ, ਕਹਿੰਦੇ ਅਨਕ ਸਿਆਣੇ ਪਚ ਗਏ ਨਾ ਨਿਰਵਾਰੀ ਜਾਏ। ਉਸ ਬੂੰਦ ਨੂੰ ਉਸ ਚੰਗੀ ਚੀਜ਼ ਤੋਂ ਜੁਦਾ ਨਹੀਂ ਕਰ ਪਾਏ। ਸੋ ਇਹ ਉਦਾਹਰਣ ਦਾ ਤੱਤ ਇਹ ਹੈ ਕਿ ਵਾਹਿਗੁਰੂ ਨੇ ਉਥੋਂ ਸਾਨੂੰ ਨਿਰਮਲ ਭੇਜਿਆ। ਬਾਣੀ ਇਹ ਕਹਿੰਦੀ ਹੈ ਕਿ ਉਹਨੇ ਕਿਸੇ ਨੂੰ ਅਵਗਣ ਦੇ ਕੇ ਨਹੀਂ ਭੇਜਿਆ। ਇਸ ਨੂੰ ਇਉਂ ਵੀ ਕਿਹਾ ਬਾਣੀ ਦੇ ਵਿੱਚ, ਇਹ ਜਿਹੜੀ ਗੱਲ ਹੈ ਨਾ, ਇਹਨੂੰ ਇਉਂ ਵੀ ਆਖਿਆ ਮਾਤ ਗਰਭ ਮੈਂ ਆਪਣ ਸਿਮਰਨ ਦੇ, ਕਿ ਮਾਤਾ ਦੇ ਗਰਭ ਵਿੱਚ ਦੁਨੀਆ ਦਾ ਹਰ ਇੱਕ ਬੰਦਾ ਉਹਦਾ ਸਿਮਰਨ ਕਰ ਰਿਹਾ। ਇਹਨੂੰ ਇਉਂ ਵੀ ਆਖਿਆ
ਇਹ ਗੁਰਮਤ ਦਾ ਬੜਾ ਸਪਸ਼ਟ ਤੇ ਸਾਫ਼ ਜਿਹਾ ਇੱਕ ਸੁਨੇਹਾ ਹੈ। ਵੇਖੋ ਇਹ ਗੱਲ ਕਿੰਨੀਆਂ ਗੱਲਾਂ ਨੂੰ ਸਪਸ਼ਟ ਕਰਦੀ ਹੈ। ਇਹਦਾ ਮਤਲਬ ਇਹ ਵੀ ਹੋ ਜਾਂਦਾ ਹੈ ਕਿ ਪਿਛਲੇ ਜਨਮਾਂ ਵਾਲਾ ਸਾਰਾ ਫਾਹਾ ਹੀ ਵੱਢਿਆ ਜਾਂਦਾ। ਜਦੋਂ ਵਾਹਿਗੁਰੂ ਨੇ ਸਾਨੂੰ ਪੈਦਾ ਹੀ ਨਿਰਮਲ ਕੀਤਾ ਹੈ, ਫਿਰ ਪਿਛਲੇ ਜਨਮਾਂ ਵਾਲਾ ਤੇ ਫਾਹਾ ਬਿਲਕੁਲ ਹੀ ਵੱਢਿਆ ਗਿਆ ਨਾ। ਇਹ ਬਿਲਕੁਲ ਸਪਸ਼ਟ ਕਰ ਦਿੱਤਾ ਸਤਿਗੁਰੂ ਨੇ ਕਿ ਪਿਛਲੇ ਜਨਮਾਂ ਵਾਲਾ ਤੇ ਕੋਈ ਚੱਕਰ ਹੀ ਨਹੀਂ। ਜਦੋਂ ਗੁਰੂ ਇਹ ਕਹਿ ਰਹੇ ਨੇ ਕਿ ਵਾਹਿਗੁਰੂ ਨੇ ਤੈਨੂੰ ਗੁਣਾਂ ਦਾ ਖਜ਼ਾਨਾ ਦੇ ਕੇ ਪੈਦਾ ਕੀਤਾ ਹੈ, ਹਾਂ ਜਨਮ ਤੋਂ ਬਾਅਦ ਜਿਵੇਂ ਦੀ ਤੈਨੂੰ ਸੰਗਤ ਮਿਲੀ ਹੈ ਤੂੰ ਉਵੇਂ ਦਾ ਬਣਦਾ ਗਿਆ। ਗੱਲ ਸਾਰੀ ਇੱਥੋਂ ਦੀ ਕੀਤੀ, ਵਰਤਮਾਨ ਦੀ ਕੀਤੀ। ਸੋ ਉਹੀ ਗੱਲ ਇੱਥੇ ਸਤਿਗੁਰੂ ਨੇ ਕਹੀ, ਕਹਿੰਦੇ ਗੁਣ ਸਾਰ ਨਾ ਜਾਣੀ। ਗੁਣ ਤੇ ਸੀ ਪਰ ਸਮਝ ਨਹੀਂ ਆਈ, ਉਹਦੀ ਸਮਝ ਨਹੀਂ ਲੱਗੀ ਉਸ ਜੀਵ ਇਸਤਰੀ ਨੂੰ ਜਿਹੜੀ ਇੱਥੇ ਜੀਵਨ ਜਿਉ ਰਹੀ ਹੈ। ਇੱਥੇ ਬੰਦਿਆਂ ਦੇ ਕੋਲ ਗੁਣ ਵੀ ਹਨ, ਇੱਥੇ ਬੰਦਿਆਂ ਦੇ ਕੋਲ ਅਵਗੁਣ ਵੀ ਹਨ। ਬਾਣੀ ਵਿੱਚ ਇਹ ਅਗਲਾ ਉਪਦੇਸ਼ ਹੈ। ਸਤਿਗੁਰੂ ਜੀ ਕਹਿੰਦੇ ਦੋਵੇਂ ਚੀਜ਼ਾਂ ਇੱਕੇ ਥਾਂ ਤੇ ਟਿਕੀਆਂ ਹੋਈਆਂ ਨੇ, ਜਿਹਨੂੰ ਗੁਰੂ ਨੇ ਬਾਣੀ ਚ ਆਖਿਆ ਅੰਮ੍ਰਿਤ ਤੇ ਜ਼ਹਿਰ। ਅੰਮ੍ਰਿਤ ਵੀ ਉੱਥੇ ਹੈ ਤੇ ਜ਼ਹਿਰ ਵੀ ਉੱਥੇ ਹੈ। ਇਹਨੂੰ ਸਤਿਗੁਰੂ ਨੇ ਇਉਂ ਵੀ ਆਖਿਆ, ਕਹਿੰਦੇ ਇੱਕ ਰੁੱਖ ਨੂੰ ਦੋ ਫਲ ਲੱਗੇ ਨੇ, ਇੱਕ ਮਿੱਠਾ ਹੈ ਇੱਕ ਖੱਟਾ ਹੈ, ਤੇਰੀ ਮਰਜ਼ੀ ਹੈ ਜਿਹੜਾ ਤੂੰ ਖਾਣਾ ਖਾ ਲੈ। ਇਹਨੂੰ ਇਉਂ ਵੀ ਆਖਿਆ ਵੀ ਤੇਰੇ ਅੰਦਰ ਮਿੱਠੇ ਫਲ ਵੀ ਨੇ, ਤੇਰੇ ਅੰਦਰ ਕੌੜੇ ਫਲ ਵੀ ਨੇ, ਤੇਰੀ ਮਰਜ਼ੀ ਹੈ ਮਿੱਠੇ ਖਾਣੇ ਨੇ ਮਿੱਠੇ ਖਾ ਲੈ, ਕੌੜੇ ਖਾਣੇ ਨੇ ਕੌੜੇ ਖਾ ਲੈ। ਇਹਨੂੰ ਇਉਂ ਆਖਿਆ, ਕਹਿਣ ਲੱਗੇ ਸੰਸਾਰ ਬਿਰਖ ਕੋ ਦੋਏ ਫਲ ਲਾਏ। ਇਹ ਸੰਸਾਰ ਇੱਕ ਰੁੱਖ ਹੈ, ਇਹਨੂੰ ਦੋ ਫਲ ਲਾਏ ਨੇ। ਦੋ ਕਿਹੜੇ? ਇੱਕ ਮਿੱਠਾ ਤੇ ਇੱਕ ਕੌੜਾ। ਇਹਨੂੰ ਇਉਂ ਆਖਿਆ ਇੱਕ ਤੱਤੇ ਇੱਕ ਬੋਲਣ ਮਿੱਠੇ, ਅਸਤ ਉਦੋਤ ਪਿਆ ਉੱਠ ਚੱਲੇ ਜਿਉਂ ਜਿਉਂ ਰਹਿਣ ਵਿਹਾਣੀਆਂ। ਸੋ ਅਸੀਂ ਇਸ ਗੱਲ ਨੂੰ ਸਮਝੀਏ, ਇਹ ਉਲਾਮਾ ਅਸੀਂ ਕਿਸੇ ਨੂੰ ਨਾ ਦਈਏ ਕਿ ਵਾਹਿਗੁਰੂ ਨੇ ਸਾਨੂੰ ਕੋਈ ਗੁਣ ਨਹੀਂ ਦਿੱਤਾ। ਆਪਾਂ ਜਪਜੀ ਸਾਹਿਬ ਦੀ ਬਾਣੀ ਚ ਪੜ੍ਹਦੇ ਹਾਂ, ਉਹਦੇ ਚ ਇੱਕ ਬਚਨ ਆਉਂਦਾ, ਉਹਨੂੰ ਧਿਆਨ ਨਾਲ ਪੜ੍ਹੀਏ। ਜੋ ਕਿਛ ਪਾਇਆ ਸੋ ਏਕਾ ਵਾਰ। ਉਹਨੇ ਜੋ ਸਾਨੂੰ ਦੇਣਾ ਸੀ ਨਾ ਇਸ ਸਰੀਰ ਵਿੱਚ, ਇੱਕੋ ਵਾਰ ਹੀ ਟਿਕਾ ਦਿੱਤਾ ਹੈ ਇਸ ਸਰੀਰ ਵਿੱਚ। ਤਾਂ ਹੀ ਸਤਿਗੁਰੂ ਨੇ ਇਹ ਗੱਲ ਆਖੀ ਹੈ, ਜੋ ਬ੍ਰਹਮੰਡੇ ਸੋਈ ਪਿੰਡੇ। ਜੋ ਤੈਨੂੰ ਬ੍ਰਹਿਮੰਡ ਚ ਨਜ਼ਰ ਆ ਰਿਹਾ ਹੈ ਨਾ, ਜੋ ਗੁਣ ਤੈਨੂੰ ਬਾਹਰ ਨਜ਼ਰ ਆ ਰਹੇ ਨੇ, ਉਹ ਸਾਰੇ ਦੇ ਸਾਰੇ ਤੇਰੇ ਸਰੀਰ ਚ ਵਾਹਿਗੁਰੂ ਨੇ ਟਿਕਾਏ ਹੋਏ ਨੇ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਪ੍ਰਣਵੈ, ਉਹ ਕਹਿੰਦੇ ਨੇ ਪ੍ਰਣਵੈ, ਪ੍ਰਣਵੈ ਦਾ ਭਾਵ ਹੈ ਬੇਨਤੀ ਕਰਨਾ। ਕਹਿੰਦੇ ਤੈਨੂੰ ਪੀਪਾ ਇਹ ਬੇਨਤੀ ਕਰਿਆ ਸਤਿਗੁਰ ਹੋਏ ਲਖਾਵੈ। ਜੇ ਤੂੰ ਸਤਿਗੁਰ ਦੇ ਕੋਲ ਹੋਏਗਾ ਤੇ ਤੈਨੂੰ ਇਹ ਨਜ਼ਰ ਆ ਜਾਣਗੇ ਕਿ ਤੇਰੇ ਅੰਦਰ ਉਹ ਸਾਰਾ ਕੁਝ ਹੈ। ਸੋ ਮੈਂ ਜੋ ਬੇਨਤੀ ਕਰ ਰਿਹਾ ਸਾਂ, ਇਹ ਭਰਮ ਮਨ ਚੋਂ ਕੱਢ ਦਈਏ। ਇਹ ਗੁਰਮਤਿ ਨੇ ਬੜਾ ਸਪਸ਼ਟ ਲਿਖਿਆ ਹੈ ਕਿ ਵਾਹਿਗੁਰੂ ਨੇ ਸਾਰਿਆਂ ਨੂੰ ਗੁਣਾਂ ਦਾ ਭੰਡਾਰ ਦੇ ਕੇ ਇੱਥੇ ਭੇਜਿਆ ਹੈ, ਤੇ ਨਾਲ ਇਹ ਗੱਲ ਲਿਖੀ ਕਿ ਉਹ ਗੁਣ ਜਿਹੜੇ ਵਾਹਿਗੁਰੂ ਨੇ ਦਿੱਤੇ ਸਨ, ਉਹਨਾਂ ਨੂੰ ਤਰਾਸ਼ ਕੇ ਗੁਰੂ ਸਾਡੇ ਅੰਦਰੋਂ ਬਾਹਰ ਕੱਢ ਦਿੰਦਾ। ਇਹਦੇ ਬਾਰੇ ਇੱਕ ਦਾਨੇ ਸੱਜਣ ਨੇ ਇੱਕ ਉਦਾਹਰਣ ਵੀ ਲਿਖੀ ਹੈ। ਕਹਿੰਦੇ ਪੱਥਰ ਦੇ ਅੰਦਰ ਮੂਰਤੀ ਹੈ, ਪਰ ਉਸ ਮੂਰਤੀ ਨੂੰ ਇੱਕ ਬੁੱਤ ਘਾੜਾ ਹੀ ਉਹਦੇ ਵਿੱਚੋਂ ਕੱਢ ਸਕਦਾ ਹੈ। ਪੱਥਰ ਵਿੱਚ ਮੂਰਤੀ ਹੈ, ਸਾਨੂੰ ਉਹ ਪੱਥਰ ਨਜ਼ਰ ਆਉਂਦਾ ਹੈ, ਪਰ ਇੱਕ ਬੁੱਤ ਘਾੜੇ ਦੇ ਹੱਥ 'ਚ ਜਾਏਗੀ, ਉਹਦੇ ਹੱਥਾਂ ਵਿੱਚੋਂ ਉਹ ਮੂਰਤੀ ਜਿਹੜੀ ਹੈ ਇੱਕ ਵਧੀਆ ਸ਼ੇਪ, ਇੱਕ ਵਧੀਆ ਆਕਾਰ ਲੈ ਜਾਏਗੀ। ਜ਼ਮੀਨ ਦੇ ਅੰਦਰ ਬੀਜ ਨੂੰ ਪੈਦਾ ਕਰਨ ਦੀ ਅਥਾਹ ਤਾਕਤ ਹੈ, ਪਰ ਇਸ ਗੱਲ ਦਾ ਅਹਿਸਾਸ, ਇਸ ਗੱਲ ਦਾ ਪਤਾ ਇੱਕ ਕਿਸਾਨ ਨੂੰ ਹੀ ਹੈ। ਇੱਕ ਅਣਜਾਣ ਬੰਦੇ ਦੇ ਹੱਥ ਜ਼ਮੀਨ ਤੇ ਬੀਜ ਦੇ ਦਿਓ, ਜਿਸ ਨੂੰ ਕੁਝ ਵੀ ਪਤਾ ਨਹੀਂ, ਨਾ ਰੁੱਤ ਦਾ ਪਤਾ, ਨਾ ਬੀਜ ਦਾ ਪਤਾ, ਨਾ ਜ਼ਮੀਨ ਦਾ ਪਤਾ, ਉਹ ਉਸ ਜ਼ਮੀਨ ਨੂੰ ਜਿਹੜਾ ਹੈ ਬਰਬਾਦ ਕਰ ਦੇਗਾ। ਤੋ ਇਸੇ ਕਰਕੇ ਸਤਿਗੁਰੂ ਜੀ ਬਾਣੀ ਚ ਕਹਿੰਦੇ ਨੇ, ਕਹਿੰਦੇ ਗੁਣ ਤੇਰੇ ਅੰਦਰ ਹਨ, ਖਜ਼ਾਨਾ ਹੈ, ਪਰ ਉਹ ਗੁਣ ਗੁਰੂ ਹੀ ਤੇਰੇ ਅੰਦਰੋਂ ਪ੍ਰਗਟ ਕਰ ਸਕਦਾ ਹੈ। ਸਾਡੇ ਇਤਿਹਾਸ ਚ ਗੁਰੂ ਨੇ ਇਹੀ ਕੀਤਾ, ਬੰਦੇ ਉਹੀ ਸਨ। ਬੰਦੇ ਨਹੀਂ ਬਦਲੇ ਭਾਰਤ ਦੀ ਧਰਤੀ ਤੇ, ਤੁਸੀਂ ਇਤਿਹਾਸ ਚ ਝਾਤ ਮਾਰ ਕੇ ਵੇਖੋ, ਉਹੀ ਬੰਦੇ ਸਨ ਜਿਨ੍ਹਾਂ ਬਾਰੇ ਇਹ ਗੱਲ ਕਹੀ ਗਈ ਕਿ ਨੰਗੀ ਕਰਦ ਨਾ ਕਬਹੂ ਪਕੜੀ। ਅਸੀਂ ਤੇ ਨੰਗੀ ਕਰਦ ਵੀ ਨਹੀਂ ਫੜੀ ਸੀ। ਚਿੜੀ ਉੱਡੇ ਡਰ ਸੇ ਮਰ ਜਾਉ, ਅਸੀਂ ਤੇ ਚਿੜੀ ਉੱਡਦੀ ਹੈ ਤੇ ਥਰ ਥਰ ਕੰਬਣ ਲੱਗ ਜਾਂਦੇ ਆ। ਕਿਵੇਂ ਲੜਾਂਗੇ, ਕਿਵੇਂ ਮੁਕਾਬਲਾ ਕਰਾਂਗੇ? ਇਹ ਉਹੀ ਬੰਦੇ ਹਨ
ਤੁਸੀਂ ਵੇਖੋ ਇਤਿਹਾਸ ਨੇ ਬੜੀ ਕਮਾਲ ਦੀ ਗੱਲ ਲਿਖੀ। ਮੈਂ ਜ਼ਿਕਰ ਕੀਤਾ ਸੀ ਕਿ ਮੁਹੰਮਦ ਬਿਨ ਕਾਸਮ ਜਿਹੜਾ ਇੱਕ ਆਜੜੀ ਸੀ, ਉਹ ਚੰਦ ਬੰਦੇ ਲੈ ਕੇ ਇੱਥੇ ਆਇਆ ਸੀ। ਚੰਦ ਬੰਦੇ, ਕੋਈ ਹਜ਼ਾਰਾਂ ਦੀ ਫੌਜ ਨਹੀਂ ਸੀ ਲੈ ਕੇ ਆਇਆ, ਚੰਦ ਬੰਦੇ ਲੈ ਕੇ ਆਇਆ ਤੇ ਇੱਥੋਂ ਦੇ ਲੋਕਾਂ ਨੂੰ ਮਾਰ ਕੇ ਕੁੱਟ ਕੇ, ਜੋ ਇੱਥੋਂ ਦੇ ਲੋਕ ਹਜ਼ਾਰਾਂ ਦੀ ਗਿਣਤੀ 'ਚ ਸਨ, ਚਲਾ ਗਿਆ ਸੀ। ਤੇ ਯਾਦ ਰੱਖੋ, ਯਾਦ ਕਰੋ, ਉਸੇ ਹੀ ਮੁਹੰਮਦ ਬਿਨ ਕਾਸਮ ਦੇ ਅਗਾਂਹ ਵੱਡੇ ਵਡੇਰੇ ਇੱਥੋਂ ਦੇ 40 ਬੰਦਿਆਂ ਦਾ ਮੁਕਾਬਲਾ ਨਹੀਂ ਕਰ ਪਾਏ। ਇਤਿਹਾਸ ਦੇ ਦੋ ਬੜੇ ਵੱਡੇ ਦ੍ਰਿਸ਼ਟਾਂਤ ਨੇ। ਇੱਕ ਬੰਨੇ ਤੁਸੀਂ ਮੁਹੰਮਦ ਬਿਨ ਕਾਸਮ ਦਾ ਉਹ ਹਮਲਾ ਯਾਦ ਕਰੋ, ਜਦੋਂ ਚੰਦ ਬੰਦੇ ਲੈ ਕੇ ਆਉਂਦਾ ਤੇ ਇੱਥੋਂ ਦੇ ਬੰਦੇ ਖੜ ਨਹੀਂ ਪਾਉਂਦੇ, ਇਸੇ ਹੀ ਪੰਜਾਬ ਦੀ ਧਰਤੀ ਤੇ ਉਹਦੇ ਹੀ ਵੱਡੇ ਵਡੇਰੇ ਬਾਅਦਾਂ 'ਚ 40 ਬੰਦਿਆਂ ਦਾ ਉਹ ਚਮਕੌਰ ਦੀ ਗੜੀ ਦੇ ਵਿੱਚ ਜਿਹੜੇ ਕੈਦ ਨੇ, ਉਹ ਮੁੱਠੀ ਪਰ ਲੋਕ ਜਿਹੜੇ ਆਨੰਦਪੁਰ ਸਾਹਿਬ ਦੇ ਵਿੱਚ ਹਨ, ਜੋ ਕੁਝ ਗਿਣਤੀ ਦੇ ਵਿੱਚ ਕੁਝ ਸੈਂਕੜਿਆਂ 'ਚ ਹਨ, ਉਹਨਾਂ ਦਾ ਮੁਕਾਬਲਾ ਨਹੀਂ ਕਰ ਪਾਉਂਦੇ। ਹਰ ਇੱਕ ਧੋਖਾ, ਹਰ ਇੱਕ ਹੱਥ ਖੰਡਾ ਵਰਪਾਉਂਦੇ। ਕਿਹੜੀ ਚੀਜ਼ ਗੁਰੂ ਨੇ ਪੈਦਾ ਕੀਤੀ ਹੈ? ਲੋਕ ਤੇ ਉਹੀ ਸਨ, ਉਹਨਾਂ ਦੇ ਹੀ ਵੱਡੇ ਵਡੇਰੇ ਸਨ। ਤੁਸੀਂ ਵੇਖੋ, ਤੁਸੀਂ ਸੋਚ, ਇਹ ਗੱਲ ਮੁਸਲਮਾਨ ਰਾਈਟਰਾਂ ਨੇ, ਲਿਖਾਰੀਆਂ ਨੇ ਲਿਖੀ ਹੈ। ਬਾਬਰ ਉਹਨਾਂ ਦਾ ਸਿਰਨਾਇਕ, ਉਹਨਾਂ ਦਾ ਇੱਕ ਨਾਇਕ ਜਿਹਨੂੰ ਉਹ ਨਾਇਕ ਮੰਨਦੇ ਹਨ। ਤੇ ਬਾਬਰ ਬਾਰੇ ਕਿਹਾ ਗਿਆ ਸੀ ਕਿ ਜਦੋਂ ਉਹ ਆਪਣੇ ਦੇਸ਼ ਤੋਂ ਘੋੜੇ ਤੇ ਸਵਾਰ ਹੁੰਦਾ ਸੀ ਤਾਂ ਭਾਰਤ ਦੀ ਧਰਤੀ ਤੇ ਇੱਕ ਸਾਹ ਘੋੜੇ ਤੇ ਚੜ੍ਹ ਕੇ ਆ ਜਾਂਦਾ ਸੀ। ਉਹਦੇ ਬਾਰੇ ਲਿਖਿਆ ਹੈ। ਹੋ ਸਕਦਾ ਇਹਦੇ ਵਿੱਚ ਕੋਈ ਝੂਠ ਸੱਚ ਹੋਵੇ, ਪਰ ਉਹ ਮੰਨਦੇ ਹਨ ਕਿ ਉਹ ਇੱਕ ਬੜਾ ਵਧੀਆ ਘੋੜਸਵਾਰ ਸੀਗਾ। ਪਰ ਜਦੋਂ ਗੁਰੂ ਕੇ ਸਿੱਖਾਂ ਦੀ ਗੱਲ ਆਈ ਤਾਂ ਉਸੇ ਹੀ ਲਿਖਣ ਵਾਲੇ ਨੇ ਗੱਲ ਲਿਖੀ ਕਿ ਉਹ ਤੇ ਚੜ੍ਹ ਕੇ ਆਉਂਦਾ ਸੀ ਤੇ ਕਿਤੇ ਰਾਤ ਸੌਂ ਵੀ ਜਾਂਦਾ ਸੀ ਉਤਰ ਕੇ। ਪਰ ਇਹ ਬੰਦੇ ਤੇ ਇਹੋ ਜਿਹੇ ਨੇ ਤੇ ਘੋੜਿਆਂ ਦੀਆਂ ਕਾਠੀਆਂ ਤੇ ਸੌਂ ਜਾਂਦੇ ਨੇ। ਤੁਸੀਂ ਦੇਖੋ, ਬੰਦੇ ਤੇ ਉਹੀ ਨੇ ਨਾ ਜਿਹੜੇ ਕਦੀ ਡਰਦੇ ਸਨ, ਜਿਨ੍ਹਾਂ ਦੇ ਵਿੱਚ ਉਹ ਗੁਣ ਨਹੀਂ ਸਨ। ਇਹ ਕਿੰਨੇ ਪੈਦਾ ਕੀਤੇ? ਇਹ ਗੁਣ ਕੌਣ ਪੈਦਾ ਕਰ ਗਿਆ? ਇਹ ਗੁਰੂ ਪੈਦਾ ਕਰ ਗਿਆ। ਸੋ ਇਹ ਗੁਰੂ ਦੀ ਖਾਸੀਅਤ ਹੈ, ਉਸ ਦਾ ਹੀ ਜ਼ਿਕਰ ਇੱਥੇ ਆਇਆ। ਕਹਿੰਦੇ ਗੁਣ ਹਨ, ਪਰ ਗੁਰੂ ਤੋਂ ਬਿਨਾਂ ਉਹ ਗੁਣ ਪ੍ਰਗਟ ਨਹੀਂ ਹੋ ਸਕਦੇ। ਪਾਤਸ਼ਾਹ ਕਹਿੰਦੇ ਮੈਲੀ ਅਵਗਣ ਚਿੱਤ, ਮੈਂ ਮੈਲ ਨਾਲ ਭਰੀ ਪਈ ਹਾਂ, ਮੇਰੇ ਅੰਦਰ ਹੁਣ ਅਵਗਣ ਹੀ ਅਵਗਣ ਹਨ, ਗੁਣ ਨਹੀਂ ਹਨ। ਕਿਉਂ? ਗੁਰ ਬਿਨ ਗੁਰ ਗੁਣ ਨਾ ਸਮਾਵਣੀ, ਗੁਰੂ ਤੋਂ ਬਿਨਾਂ ਮੈਨੂੰ ਗੁਣਾਂ ਦੀ ਝਾਤ ਨਹੀਂ ਪੈ ਸਕਦੀ। ਗੁਣ ਸਾਰ ਨਾ ਜਾਣੀ, ਕਿਉਂਕਿ ਗੁਰੂ ਕੋਲ ਨਹੀਂ ਹੈ, ਇਸ ਕਰਕੇ ਗੁਣਾਂ ਦੀ ਕੋਈ ਸਾਰ ਨਹੀਂ ਆ। ਭਰਮ ਭੁਲਾਣੀ, ਮੈਂ ਜ਼ਿੰਦਗੀ ਦੇ ਗਲਤ ਰਸਤੇ ਤੇ ਪੈ ਤੁਰ ਪਈ ਹਾਂ, ਗਲਤ ਰਸਤੇ ਤੇ ਆਪਣੇ ਕਦਮ ਵਧਾ ਲਏ ਨੇ। ਜੋਬਨ ਬਾਦ ਗਵਾਇਆ, ਜੋ ਵਾਹਿਗੁਰੂ ਨੇ ਤਾਕਤ ਦਿੱਤੀ ਸੀ। ਇੱਥੇ ਜੋਬਨ ਦਾ ਅਰਥ ਤਾਕਤ ਹੈ ਜੀ। ਇੱਥੇ ਜੋਬਨ ਦਾ ਅਰਥ ਹੈ ਤਾਕਤ। ਜੋ ਮੈਨੂੰ ਤਾਕਤ ਦਿੱਤੀ ਸੀ ਵਾਹਿਗੁਰੂ ਨੇ ਜ਼ਿੰਦਗੀ ਵਿੱਚ, ਸਾਰੀ ਦੀ ਸਾਰੀ ਤਾਕਤ ਮੈਂ ਕਿਹਦੇ 'ਚ ਗਵਾ ਲਈ ਹੈ? ਬਾਦ ਦਾ ਮਤਲਬ ਮੈਂ ਅੱਗੇ ਵੀ ਇੱਕ ਦਿਨ ਸਾਂਝਾ ਕੀਤਾ ਸੀ। ਇੱਕ ਹੁੰਦਾ ਸੰਵਾਦ। ਸੰਵਾਦ ਦਾ ਮਤਲਬ ਹੁੰਦਾ ਹੈ ਦੋ ਧਿਰਾਂ ਬੈਠੀਆਂ ਨੇ, ਇੱਕ ਆਪਣਾ ਪੱਖ ਰੱਖਦੀ ਹੈ, ਦੂਜਾ ਆਪਣਾ ਪੱਖ ਰੱਖਦੀ ਹੈ, ਦਲੀਲ ਦੇ ਨਾਲ ਗੱਲਾਂ ਕਰਦੇ ਹਨ। ਜਿਵੇਂ ਬਾਣੀ ਵਿੱਚ ਬਹੁਤੇ ਸ਼ਬਦ ਸੰਵਾਦ 'ਚ ਲਿਖੇ ਗਏ ਨੇ। ਇੱਕ ਸਵਾਲ ਕਰਦਾ ਹੈ, ਦੂਜਾ ਜਵਾਬ ਦਿੰਦਾ। ਜਿਵੇਂ ਜਪਜੀ ਸਾਹਿਬ ਦੇ ਵਿੱਚ ਤੁਸੀਂ 2-3 ਪੌੜੀਆਂ ਪੜ੍ਹਦੇ ਹੋ, ਸੰਵਾਦ 'ਚ ਲਿਖੀਆਂ ਗਈਆਂ ਨੇ। ਪਾਤਾਲਾਂ ਪਾਤਾਲ ਲਖ, ਆਗਾਸ਼ਾਂ ਆਗਾਸ਼, ਓੜ ਕੋੜ ਕਪਾਲ ਥਕੇ, ਵੇਦ ਕਹਿਣ ਇੱਕ ਵਾਦ। ਵੇਦ ਇਹ ਗੱਲ ਕਹਿ ਰਹੇ ਨੇ, ਸਮਝ ਲਓ, ਉਹ ਕਹਿ ਲਓ ਕਿ ਵੇਦ ਗੁਰੂ ਨਾਨਕ ਸਾਹਿਬ ਨੂੰ ਕਹਿ ਰਹੇ। ਸੈਸ ਜਿਹੜੀ ਅਗਲੀ ਪੰਕਤੀ ਹੈ ਉਹਦੇ 'ਚ ਸਮਝ ਲਓ ਵੀ ਕਤੇਬਾਂ ਇਹ ਗੱਲ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਕਹਿ ਰਹੀਆਂ ਹਨ ਤੇ ਗੁਰੂ ਨਾਨਕ ਸਾਹਿਬ ਫਿਰ ਆਪਣਾ ਜਵਾਬ ਦੇ ਰਹੇ ਨੇ। ਪਾਤਾਲਾਂ ਪਾਤਾਲ ਲਖ, ਆਗਾਸ਼ਾਂ ਆਗਾਸ਼, ਓੜ ਕੋੜ ਕਪਾਲ ਥਕੇ, ਵੇਦ ਕਹਿਣ ਇੱਕ ਬਾਤ, ਸਹਿਸ 18 ਕਹਿਣ ਕਤੇਬਾਂ, ਅਸੂਲੂ ਇੱਕ ਧਾਤ। ਹੁਣ ਅੱਗੇ ਗੁਰੂ ਨਾਨਕ ਸਾਹਿਬ ਜਵਾਬ ਦਿੰਦੇ ਨੇ, ਲੇਖਾ ਹੋਏ ਤਾਂ ਲਿਖੀ ਹੈ, ਲੇਖਾ ਹੋਏ ਬਿਨਾ। ਇਹ ਸੰਵਾਦ ਹੈ। ਉਹਨਾਂ ਆਪਣੀ ਗੱਲ ਕਹੀ, ਗੁਰੂ ਨਾਨਕ ਨੇ ਆਪਣੀ ਗੱਲ ਕਹੀ, ਤੀਜੇ ਧਿਰ ਤੇ ਛੱਡ ਦਿੱਤੀ ਕਿ ਤੁਸੀਂ ਵੇਖੋ, ਤੁਸੀਂ ਮੰਨਣਾ ਕੀ ਮੰਨਣਾ, ਤੁਹਾਨੂੰ ਕਿਹੜੀ ਗੱਲ ਚੰਗੀ ਲੱਗਦੀ, ਕਿਹਦੇ 'ਚ ਸੱਚ ਲੱਗਦਾ। ਇਹ ਸੰਵਾਦ ਹੈ। ਤੇ ਬਾਦ ਦਾ ਮਤਲਬ ਹੈ ਜਿੱਥੇ ਇਸ ਗੱਲ ਤੇ ਟਿਕ ਜਾਣਾ ਕਿ ਜੋ ਮੈਂ ਕਿਹਾ ਇਹ ਪੱਥਰ ਤੇ ਲਕੀਰ ਹੈ, ਭਾਵੇਂ ਉਹ ਗਲਤ ਹੋਵੇ ਭਾਵੇਂ ਉਹ ਠੀਕ ਹੋਵੇ, ਇਹਨੂੰ ਬਾਦ ਕਹਿੰਦੇ ਹਨ। ਪਾਤਸ਼ਾਹ ਕਹਿੰਦੇ ਜੋਬਨ ਬਾਦ ਗਵਾਇਆ,
ਤੂੰ ਆਪਣੀ ਸਾਰੀ ਤਾਕਤ ਨੂੰ ਗਵਾ ਦਿੱਤਾ ਹੈ ਕਮਲੀਏ, ਕਿਸ ਰੂਪ 'ਚ ਕਿ ਤੂੰ ਗਲਤ ਚੀਜ਼ ਨੂੰ ਸਹੀ ਠਹਿਰਾ ਰਹੀ ਹੈ। ਇਹਨੂੰ ਕਹਿੰਦੇ ਨੇ ਕਿ ਤੂੰ ਹੈ ਗਲਤ ਪਰ ਉਸ ਨੂੰ ਤੂੰ ਸਹੀ ਠਹਿਰਾ ਰਹੀ ਹੈ, ਤੇ ਸਹੀ ਠਹਿਰਾ ਕੇ ਜਿਹੜਾ ਹੈ ਤੂੰ ਆਪਣੀ ਸਾਰੀ ਤਾਕਤ ਬਰਬਾਦ ਕਰ ਦਿੱਤੀ। ਜੇ ਹੀ ਤਾਕਤ ਕਿਤੇ ਤੂੰ ਇਸ ਪਾਸੇ ਲਗਾਈ ਹੁੰਦੀ ਕਿ ਹਾਂ ਮੇਰੇ ਕੋਲ ਗਲਤੀ ਹੋ ਗਈ ਹੈ ਤੇ ਆਪਾਂ ਇਸ ਦਾ ਸੁਧਾਰ ਕਰਕੇ ਇਸ ਨੂੰ ਚੰਗੇ ਪੱਖ 'ਚ ਲਗਾਈਏ, ਤਾਂ ਹੋ ਸਕਦਾ ਸੀ ਕਿਤੇ ਇਤਿਹਾਸ ਵਿੱਚ ਤੈਨੂੰ ਵੀ ਕਿਤੇ ਯਾਦ ਕੀਤਾ ਜਾਂਦਾ। ਬਹੁਤੇ ਬੰਦਿਆਂ ਨਾਲ ਹੁੰਦਾ ਇਸ ਤਰ੍ਹਾਂ ਹੀ ਹੈ ਇਤਿਹਾਸ ਵਿੱਚ। ਉਹ ਇਤਿਹਾਸ ਦੇ ਪੰਨਿਆਂ ਤੋਂ ਇਸ ਕਰਕੇ ਮਰਫੀ ਹੋ ਜਾਂਦੇ ਨੇ ਕਿ ਉਹ ਜ਼ਿੰਦਗੀ ਦੀ ਤਾਕਤ ਨੂੰ ਗਲਤ ਪਾਸੇ ਝੋਕ ਦਿੰਦੇ ਹਨ। ਆਉਣ ਵਾਲੇ ਦਿਨਾਂ 'ਚ, ਪਿਛਲੇ ਦਿਨਾਂ 'ਚ ਤੁਸੀਂ ਸਾਰਾ ਕੁਝ ਐਸਾ ਦੇਖਿਆ ਹੈ, ਸਾਡੇ ਇਤਿਹਾਸ 'ਚ ਦੇਖਿਆ ਹੈ। ਅਸੀਂ ਬੜੀ ਵਾਰ ਜ਼ਿਕਰ ਕਰਦੇ ਹਾਂ ਇਸ ਗੱਲ ਦਾ ਕਿ ਸਾਡੇ ਬਜ਼ੁਰਗਾਂ ਨੇ ਆਪਣਾ ਖੂਨ ਸਿੰਜ ਕੇ ਇੱਕ ਚੀਜ਼ ਤਿਆਰ ਕੀਤੀ ਸੀ, ਆਪਣਾ ਖੂਨ ਪਾ ਕੇ। ਉਹ ਚੀਜ਼ ਕਿੱਥੋਂ ਤਿਆਰ ਹੋਈ ਸੀ? ਉਹ ਨਨਕਾਣਾ ਸਾਹਿਬ ਦੇ ਉਸ ਜੰਡ 'ਚੋਂ ਤਿਆਰ ਹੋਈ ਸੀ ਜਿੱਥੇ ਭਾਈ ਲਛਮਣ ਸਿੰਘ ਨੂੰ ਪੁੱਠਾ ਲਟਕਾ ਕੇ ਸਾੜਿਆ ਗਿਆ ਸੀ, ਜਿੱਥੇ ਉਹ ਹਜ਼ਾਰਾਂ ਸਾਡੇ ਘਰਾਂ ਦੇ ਬਜ਼ੁਰਗਾਂ ਨੂੰ ਜ਼ਾਲਮਾਂ ਨੇ ਟੋਕਿਆਂ ਦੇ ਨਾਲ, ਤਲਵਾਰਾਂ ਦੇ ਨਾਲ ਟੁੱਕ ਕੇ, ਜਿਨ੍ਹਾਂ ਦੀ ਪਹਿਚਾਣ ਵੀ ਸਹੀ ਢੰਗ ਨਾਲ ਨਹੀਂ ਹੋ ਪਾਈ, ਉੱਥੋਂ ਚੀਜ਼ ਤਿਆਰ ਹੋਈ ਸੀ। ਐਸੀ ਵੱਡੀ ਕੁਰਬਾਨੀ 'ਚੋਂ ਚੀਜ਼ ਨਿਕਲੀ ਸੀ। ਪਰ ਜਦੋਂ ਬੰਦੇ ਦੇ ਅੰਦਰ ਇਹ ਚੀਜ਼ ਟਿਕ ਜਾਏ ਕਿ ਮੈਂ ਹੀ ਠੀਕ ਆ, ਬਾਕੀ ਸਾਰੇ ਗਲਤ ਹੈ, ਫਿਰ ਉਹ ਉਸ ਨੂੰ ਗਲਤ ਪਾਸੇ ਲੈ ਹੀ ਜਾਂਦਾ। ਇਹੀ ਗੱਲ ਗੁਰੂਦੇਵ ਕਹਿੰਦੇ ਇਹ ਇੱਕ ਬੰਦੇ ਦੀ ਕਹਾਣੀ ਨਹੀਂ, ਇਹ ਮੇਰੀ ਵੀ ਕਹਾਣੀ ਹੈ, ਇਹ ਤੁਹਾਡੀ ਸਾਰਿਆਂ ਦੀ ਕਹਾਣੀ ਹੈ। ਇਸੇ ਕਰਕੇ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਬਾਣੀ 'ਚ ਕਿ ਕਦੀ ਇਹ ਨਾ ਸੋਚੀ ਕਿ ਮੈਂ ਠੀਕ ਹਾਂ, ਤੂੰ ਇਹ ਸੋਚੀ ਕਿ ਤੇਰਾ ਗੁਰੂ ਕੀ ਕਹਿੰਦਾ। ਉਹ ਗੁਰੂ ਜੋ ਕਹਿੰਦਾ ਉਹ ਗੱਲ ਠੀਕ ਹੋ ਸਕਦੀ ਹੈ। ਤਾਂ ਗੁਰੂਦੇਵ ਨੇ ਜ਼ਿਕਰ ਕੀਤਾ ਹੈ, ਜੋ ਬਨਬਾਦ ਗਵਾਇਆ, ਜਵਾਨੀ ਜਿਹੜੀ ਹੈ ਉਹ ਗਲਤ ਫੈਸਲਿਆਂ ਦੇ ਪਿੱਛੇ ਲੱਗ ਕੇ ਕੀ ਹੈ ਗਵਾ ਦਿੱਤੀ, ਤਾਕਤ ਬਰਬਾਦ ਕਰ ਦਿੱਤੀ ਹੈ। ਵਾਰ ਘਰ ਦਰ ਦਰਸ਼ਨ ਨਹੀਂ ਜਾਤਾ, ਨਾ ਤੈਨੂੰ ਵਰ ਦਾ ਪਤਾ ਲੱਗਾ, ਨਾ ਤੈਨੂੰ ਘਰ ਦਾ ਪਤਾ ਲੱਗਾ, ਤੇ ਨਾ ਹੀ ਤੈਨੂੰ ਦਰ ਦਾ ਪਤਾ ਲੱਗਾ। ਇਹ ਤਿੰਨ ਚੀਜ਼ਾਂ ਦਾ ਤੈਨੂੰ ਕੱਖ ਪਤਾ ਨਹੀਂ। ਵਰ ਦਾ ਮਤਲਬ ਹੁੰਦਾ ਹੈ ਜਿਹੜਾ ਉਸ ਜੀਵ ਇਸਤਰੀ ਦਾ ਪਤੀ ਸੀ, ਘਰ ਦਾ ਮਤਲਬ ਜਿਹੜਾ ਉਹਦਾ ਆਪਣਾ ਘਰ ਸੀ, ਤੇ ਦਰ ਦਾ ਮਤਲਬ ਜਿਹੜਾ ਉਹਦਾ ਆਪਣਾ ਦਰਵਾਜ਼ਾ ਸੀ। ਇਹਨਾਂ ਦੀ ਤਿੰਨਾਂ ਚੀਜ਼ਾਂ ਦੀ ਬੜੀ ਡੂੰਘੀ ਵਿਆਖਿਆ ਬਾਣੀ 'ਚ ਹੈ, ਅੱਗੇ ਜਾ ਕੇ ਆਏਗੀ। ਮੈਂ ਕਰਾਂਗਾ ਕਿ ਇਹ ਤਿੰਨ ਚੀਜ਼ਾਂ ਕੀ ਹਨ, ਇਹਨਾਂ ਦਾ ਵਾਰ-ਵਾਰ ਜ਼ਿਕਰ ਕਿਉਂ ਹੁੰਦਾ ਹੈ, ਵਰ ਦਾ, ਘਰ ਦਾ ਤੇ ਦਰ ਦਾ। ਜਿਵੇਂ ਆਪ ਜੀ ਸ਼ਾਮ ਨੂੰ ਵੀ ਪੜ੍ਹਦੇ ਹੋ, ਸੋ ਦਰ ਕਿਹਾ ਸੋ ਘਰ ਕਿਹਾ। ਅੱਗੇ ਚੱਲ ਕੇ ਜ਼ਿਕਰ ਆਏਗਾ, ਆਪਾਂ ਵਿਸਤਾਰ ਸਹਿਤ ਸਮਝਾਂਗੇ ਕਿ ਸਤਿਗੁਰੂ ਜੀ ਵਾਰ-ਵਾਰ ਕਿਹੜੇ ਘਰ ਦਾ, ਕਿਹੜੇ ਦਰ ਦਾ ਤੇ ਕਿਹੜੇ ਵਰ ਦਾ ਜ਼ਿਕਰ ਕਰਦੇ ਹਨ। ਵਰ ਦਾ ਅਰਥ ਹੁੰਦਾ ਹੈ ਖਸਮ, ਘਰ ਦਾ ਅਰਥ ਜਿੱਥੇ ਅਸੀਂ ਰਹਿ ਰਹੇ ਹਾਂ, ਦਰ ਦਾ ਅਰਥ ਜਿੱਥੋਂ ਘਰ ਦੇ ਵਿੱਚ ਪ੍ਰਵੇਸ਼ ਕਰੀਦਾ ਹੈ। ਕਹਿੰਦੇ ਨਾ ਤੈਨੂੰ ਵਰ ਦਾ ਪਤਾ ਲੱਗਾ, ਨਾ ਤੈਨੂੰ ਘਰ ਦਾ ਪਤਾ ਲੱਗਾ, ਨਾ ਤੈਨੂੰ ਦਰ ਦਾ ਪਤਾ ਲੱਗਾ। ਵਾਰ ਘਰ ਦਰ ਦਰਸ਼ਨ ਨਹੀਂ ਜਾਤਾ, ਪਿਰ ਕਾ ਸਹਿਜ ਨ ਪਾਇਆ। ਪਿਰ ਕਹਿੰਦੇ ਨੇ ਪਤੀ ਨੂੰ, ਤੈਨੂੰ ਪਤੀ ਦੇ ਅਹਿਸਾਸ ਦਾ ਪਤਾ ਹੀ ਨਹੀਂ ਲੱਗਾ, ਵਾਹਿਗੁਰੂ ਦੇ ਅਹਿਸਾਸ ਦਾ ਪਤਾ ਹੀ ਨਹੀਂ ਲੱਗਾ। ਸਤਿਗੁਰ ਪੂਛ ਨ ਮਾਰਗ ਚਾਲੀ, ਇਹ ਜੋ ਪਿੱਛੇ ਜ਼ਿਕਰ ਕਰਕੇ ਆਇਆ ਮੈਂ, ਇਹ ਸਾਰੀ ਚੀਜ਼ਾਂ ਦਾ ਮੂਲ ਕਾਰਨ ਕੀ ਹੈ? ਕਹਿੰਦੇ ਸਤਿਗੁਰ ਪੂਛ ਨ ਮਾਰਗ ਚਾਲੀ। ਬਸ ਇਹਦਾ ਇੱਕ ਹੀ ਕਾਰਨ ਹੈ, ਕਹਿੰਦੇ ਤੂੰ ਆਪਣੇ ਗੁਰੂ ਨੂੰ ਪੁੱਛ ਕੇ ਰਸਤੇ ਤੇ ਚੱਲੀ ਹੀ ਨਹੀਂ। ਬਸ ਸਿੱਖੀ ਇੱਥੇ ਆ ਕੇ ਖੜੋਤੀ। ਕੱਲ ਵੀ ਜ਼ਿਕਰ ਆਇਆ ਸੀਗਾ, ਆਪਾਂ ਕੱਲ ਵੀ ਸਮਝਿਆ ਸੀ। ਕਹਿੰਦੇ ਨੇ ਇਤ ਮਾਰਗ ਚੱਲੇ ਭਾਈੜੇ, ਗੁਰ ਕਹਿ ਸੁਕਾਰ ਕਮਾਈ ਦਿਓ। ਅਸੀਂ ਕਿਸੇ ਬੰਦੇ ਦੇ ਆਖੇ ਨਹੀਂ ਲੱਗਣਾ, ਸਿੱਖ ਨੇ ਕਿਸੇ ਬੰਦੇ ਦੇ ਆਖੇ ਨਹੀਂ ਲੱਗਣਾ, ਕਿਸੇ ਜਮਾਤ ਦੇ ਆਖੇ ਨਹੀਂ ਲੱਗਣਾ, ਕਿਸੇ ਦਲ ਦੇ ਆਖੇ ਨਹੀਂ ਲੱਗਣਾ। ਸਿੱਖ ਨੇ ਆਖੇ ਲੱਗਣਾ ਕੇਵਲ ਗੁਰੂ ਦੇ। ਗੁਰੂ ਜੋ ਕਹਿੰਦਾ ਸਿੱਖ ਨੇ ਉਹ ਕਰਨਾ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਇਸ ਨਿਸ਼ਾਨੇ ਤੋਂ ਜਦੋਂ ਅਸੀਂ ਭਟਕਾਂਗੇ, ਤੁਸੀਂ ਵੇਖੋ, ਇਸ ਨਿਸ਼ਾਨੇ ਤੋਂ ਜਦੋਂ ਅਸੀਂ ਇੱਧਰ ਉੱਧਰ ਹੋਵਾਂਗੇ, ਤੁਸੀਂ ਵੇਖੋ ਉਦੋਂ ਹੀ ਨੁਕਸਾਨ ਹੋਏਗਾ ਤੇ ਹੋਏਗਾ। ਉਹ ਭਾਵੇਂ ਸਾਡਾ ਇਕੱਲਿਆਂ ਦਾ ਹੋਵੇ, ਪਰਿਵਾਰ ਦਾ ਹੋਵੇ ਜਾਂ ਪੰਥ ਦਾ ਹੋਵੇ। ਜਦੋਂ ਵੀ ਇੱਕ ਇਕੱਲਾ ਬੰਦਾ, ਇੱਕ ਪਰਿਵਾਰ ਜਾਂ ਪੰਥ ਗੁਰੂ ਦੇ ਦਿੱਤੇ ਇਸ ਨਿਸ਼ਾਨੇ ਤੋਂ ਦੂਰ ਹੋਇਆ, ਨੁਕਸਾਨ ਸਾਹਮਣੇ ਹੀ ਸਾਹਮਣੇ ਖੜਾ ਹੈ। ਤਾਂ ਗੁਰਦੇਵ ਕਹਿੰਦੇ ਸਤਿਗੁਰ ਪੂਛ ਨ ਮਾਰਗ ਚਾਲੀ, ਸੁੱਤੀ ਰਹਿਣ ਵਿਹਾਣੀ।
ਸਮਝ ਲਿਓ ਹੈ ਕਿ ਜਿਵੇਂ ਸੁੱਤੀ ਹੋਈ, ਜਿਵੇਂ ਸੁੱਤੇ ਹੋਏ ਬੰਦੇ ਨੂੰ ਕੋਈ ਆਵਾਜ਼ਾਂ ਮਾਰੀ ਜਾਏ, ਉਹਨੂੰ ਕਿਆ ਪਤਾ ਕਿਆ ਹੋਇਆ। ਕਹਿੰਦੇ ਇਹੀ ਹਾਲ ਉਹਨਾਂ ਬੰਦਿਆਂ ਦਾ ਹੈ। ਨਾਨਕ ਬਾਲ ਤਨ ਰਾਂਡੇ ਪਾਹੇ, ਨਾਨਕ ਕਿੱਡਾ ਕਹਿਰ ਹੋਇਆ। ਤੁਸੀਂ ਸੋਚ ਕੇ ਵੇਖੋ, ਇੱਕ ਧੀ ਨੂੰ ਅਸੀਂ ਵਿਆਹਿਆ ਹੋਵੇ, ਵਿਆਹ ਕੇ ਤੋਰਿਆ ਹੋਵੇ, ਉਹ ਕੁਝ ਦੇਣੀ ਗਈ ਹੋਵੇ ਤੇ ਉਹਦਾ ਖਸਮ ਮਰ ਜਾਏ, ਕਿਵੇਂ ਦਾ ਮਹਿਸੂਸ ਹੁੰਦਾ ਹੈ? ਕਿਵੇਂ ਦਾ? ਦੋ ਪਰਿਵਾਰਾਂ ਤੇ ਕਹਿਰ ਟੁੱਟਦਾ, ਵਿਆਹੁਣ ਵਾਲਿਆਂ ਤੇ ਵੀ ਤੇ ਜਿਨ੍ਹਾਂ ਦੇ ਘਰੀ ਵਿਆਹ ਕੇ ਗਈ ਉਹਨਾਂ ਤੇ ਵੀ। ਪਾਤਸ਼ਾਹ ਕਹਿੰਦੇ ਸਮਝ ਲਓ ਉਹੋ ਜਿਹੇ ਹਾਲਾਤ ਉਸ ਬੰਦੇ ਦੇ ਜੀਵਨ 'ਚ ਨੇ ਜਿਹਨੂੰ ਗੁਰੂ ਤੇ ਦਿੱਤਾ ਸੀ, ਪਰ ਉਹਨੇ ਗੁਰੂ ਦੀ ਸਾਰ ਨਹੀਂ ਜਾਣੀ। ਸਮਝ ਲਓ ਉਵੇਂ ਦਾ ਉਹ ਦਰਦ ਹੰਢਾਏਗਾ ਜਿਵੇਂ ਦਾ ਦਰਦ ਉਹ ਦੋ ਪਰਿਵਾਰ ਹੰਢਾ ਰਹੇ ਨੇ, ਕਿ ਧੀ ਵਿਆਹੁਣ ਵਾਲੇ ਤੇ ਵਿਆਹ ਕੇ ਖੜਨ ਵਾਲੇ, ਕਿ ਦੋਵਾਂ ਦੇ ਘਰੇ ਜਿਹੜਾ ਹੈ ਸੱਥਰ ਵਿਛ ਗਏ ਹਨ। ਦੋਵਾਂ ਦੇ ਘਰ ਜਿਹੜੇ ਹਨ ਦੁੱਖ 'ਚ ਭਿੱਜ ਗਏ ਨੇ। ਗੁਰਦੇਵ ਨੇ ਬਚਨ ਵੇਖੋ ਵਰਤਿਆ, ਨਾਨਕ ਬਾਲ ਤਨ ਰੰਡੇਪਾ। ਬਾਲ ਤਨ ਦਾ ਮਤਲਬ ਹੈ 18, 20, 25, 30 ਸਾਲ ਦੀ ਜਿਹੜੀ ਜੀਵ ਇਸਤਰੀ। ਕਹਿੰਦੇ ਜਿਵੇਂ ਉਹ ਵਿਆਹੁੰਦੀ ਹੀ ਉਹਦਾ ਖਸਮ ਮਰ ਜਾਏ ਤੇ ਉਹਦੇ ਤੇ ਦੁੱਖਾਂ ਦਾ ਪਹਾੜ ਟੁੱਟ ਆਉਂਦਾ, ਉਹਦੇ ਤੇ ਨਹੀਂ, ਉਹਦੇ ਘਰਦਿਆਂ ਤੇ, ਉਹਦੇ ਪਤੀ ਦੇ ਘਰਦਿਆਂ ਤੇ। ਪਾਤਸ਼ਾਹ ਕਹਿੰਦੇ ਨੇ ਇਹੋ ਜਿਹੇ ਹਾਲਾਤ ਉਸ ਬੰਦੇ ਦੇ ਬਣਨਗੇ ਜਿਹਨੇ ਗੁਰੂ ਦੀ ਸਾਰ ਨਹੀਂ ਜਾਣੀ। ਨਾਨਕ ਬਾਲ ਤਨ ਰਾਂਡੇ ਪਾ, ਪੇਰ ਬਿਨ ਪੇਰ ਧਨ ਕੁਮਲਾਣੀ। ਪਤੀ ਤੋਂ ਬਿਨਾ ਉਹ ਇਸਤਰੀ ਕੁਮਲਾ ਜਾਂਦੀ ਹੈ। ਉਹਦੇ ਚਿਹਰੇ ਦਾ ਨੂਰ, ਕਦੀ ਉਹ ਨੂਰ ਸੀ, ਉਹ ਵਿਆਹ ਕੇ ਗਈ ਸੀ, ਉਹਦਾ ਚਿਹਰਾ ਲਿਸ਼ਕਾ ਮਾਰ ਰਿਹਾ ਸੀ, ਦੋਵੇਂ ਘਰ ਖੁਸ਼ ਸਨ। ਅੱਜ ਜਦੋਂ ਸਿਰ ਦਾ ਸਾਈਂ ਚਲਿਆ ਗਿਆ, ਉਹ ਆਪ ਕੁਮਲਾ ਗਈ, ਦੋ ਘਰ ਕੁਮਲਾ ਗਏ। ਇਹ ਇੱਕ ਉਦਾਹਰਨ ਹੈ, ਕਿਉਂਕਿ ਇਹ ਸਾਡੇ ਘਰਾਂ 'ਚ ਵਾਪਰਦੀ ਹੈ। ਆਪਾਂ ਅੱਖਾਂ ਨਾਲ ਇਹ ਚੀਜ਼ਾਂ ਵੇਖਦੇ ਹਾਂ। ਸਤਿਗੁਰੂ ਜੀ ਕਹਿੰਦੇ ਜਿਵੇਂ ਦੇ ਉਹ ਹਾਲਾਤ ਬਣਦੇ ਨੇ ਨਾ, ਤੂੰ ਆਪਣੀ ਅੱਖਾਂ ਨਾਲ ਵੇਖੇ ਨੇ, ਇਵੇਂ ਦੇ ਹਾਲਾਤ ਤੇਰੀ ਜ਼ਿੰਦਗੀ 'ਚ ਉਦੋਂ ਵੀ ਬਣਨਗੇ ਜਦੋਂ ਤੂੰ ਗੁਰੂ ਨੂੰ ਛੱਡ ਦੇਂਗਾ। ਉਸ ਤਰ੍ਹਾਂ ਦਾ ਤੂੰ ਜੀਵਨ ਜੀਏਗਾ। ਸੋ ਸਤਿਗੁਰੂ ਜੀ ਹੋਈਆਂ ਭੁੱਲਾਂ ਦੀ, ਗਲਤੀਆਂ ਦੀ ਖਿਮਾ ਕਰ ਦੇਣ। ਪਿਆਰ ਸਹਿਤ ਕਹਿਣਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਹਰ ਨਾ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੀ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ। ਸਾਚਾ ਨਾਮ ਮੇਰਾ ਆਧਾਰੋ। ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆ। ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ ਵਾਜੇ। ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ। ਕਹਿ ਨਾਨਕ ਤੈ ਸੁਖ ਹੋਵਾ ਤਿਤ ਕਰ ਅਨਹਦ ਵਾਜੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਬਿਨਵੰਤ ਨਾਨਕ ਗੁਰ ਚਰਨ ਲਾਗੀ। ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਤੇ ਪਵਿੱਤ। ਸਤਿਗੁਰ ਰਹਾ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ।
ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈ ਅਰਦਾਸ।